ਕਦੋਂ ਤੋਂ ਇਹ ਹੁੰਦਾ ਆ ਰਿਹਾ ਹੈ ਕੀਰਤਨੀਏ ਸਿੰਘਾਂ ਦੀ ਭੇਟਾ ਦੇ ਵਿੱਚੋਂ ਅੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲੈ ਰਹੀਆਂ? ਇਹ ਸਾਡੀ ਦੇ ਸਮਝ ਤੋਂ ਬਾਹਰ ਹੈ। ਮੇਰਾ ਕਹਿੰਦਾ ਸਾਡੇ ਜੰਮਣ ਤੋਂ ਪਹਿਲਾਂ ਇਹਦਾ ਦੇਖ ਰਹੇ ਪਿਤਾ ਪੁਰਖੀ ਇਹ ਚੱਲ ਰਿਹਾ ਸਿਸਟਮ। ਕੀਰਤਨ ਸਿੰਘਾਂ ਨੇ ਕਰਨਾ ਹੈ, ਮਿਹਨਤ ਉਹਨਾਂ ਨੇ ਕਰਨੀ ਹੈ, ਸਫ਼ਰ ਉਹਨਾਂ ਨੇ ਕਰਨਾ, ਨੀਂਦਰੇ ਉਹਨਾਂ ਨੇ ਝਾਕਣੇ ਹੈ, ਤੇ ਕਮੇਟੀ ਦਾ ਤਾਂ ਕੋਈ ਰੋਲ ਹੀ ਨਹੀਂ ਬਣਦਾ। ਵਾਜੇ ਤੇ ਮਾਇਆ ਹੁੰਦੀ ਹੈ, ਗੁਰੂ ਘਰ ਵੀ ਜਦੋਂ ਕੀਰਤਨ ਕਰਦੇ ਨੇ ਕੀਰਤਨ ਵਾਜੇ ਤੇ ਉਹਦਾ ਵੀ 50% ਹੁੰਦਾ। ਪਹਿਲਾਂ ਮਤਲਬ ਭੇਟਾ ਦੇ ਵਿੱਚੋਂ ਜਿਹੜਾ ਹੁੰਦਾ ਅੱਧੀ ਭੇਟਾ ਲੈ ਲਈ ਜਾਂਦੀ ਸੀ ਇਸ ਗੁਰਦੁਆਰੇ ਬਾਰੇ? ਨਹੀਂ, ਪਹਿਲਾਂ ਸਿੰਘ ਸਭਾ ਗੁਰਦੁਆਰੇ ਨੇ, ਉਹਨਾਂ ਦੇ ਵਿੱਚ ਕੀਰਤਨੀ ਸਿੰਘਾਂ ਦੀ ਕਿੰਨੀ ਕੁ ਮਤਲਬ ਤਨਖਾਹ ਹੁੰਦੀ ਹੋਏਗੀ? ਕਿਸੇ 6 ਜਾਂ ਕਿਸੇ ਦੀ 8 ਆ। 100 ਪਾਉਂਡ ਹੋ ਜੇ, 200 ਹੋ ਜੇ, 400 ਹੋ ਜੇ, 1000 ਹੋ ਜੇ, ਜਿੰਨੇ ਮਰਜ਼ੀ ਹੋ ਜਾਣ, ਪਰ ਕੀਰਤਨੀਆਂ ਸਿੰਘਾਂ ਨੂੰ 30 ਪਾਉਂਡ ਦੇਣੇ ਜਿਹੜੇ ਉੱਥੇ ਰੱਖੇ ਨੇ। ਬਹੁਤ ਵੱਡਾ ਦੁਖਾਂਤ ਰਿਹਾ ਕਿ ਅਸੀਂ ਵੀ ਡਿਊਟੀ ਕੀਤੀ ਹੈ ਤਾਂ ਸਾਨੂੰ ਆਦਤ ਦੇਣਾ ਹੀ ਪੈਂਦਾ ਸੀ। ਕਦੇ ਤੁਸੀਂ ਆਪਣੀ ਆਵਾਜ਼ ਨਹੀਂ ਸੀ ਚੁੱਕੀ ਕਿ ਇਹ ਗਲਤ? ਬਿਲਕੁਲ ਆਵਾਜ਼ ਚੁੱਕਦੇ ਰਹੇ ਹਾਂ। ਤੇ ਮੈਂ ਜੇ ਕਹਿਣਾ ਕਿ ਤੁਸੀਂ ਵੀ ਯਾਰ ਮਾੜਾ ਮਾੜਾ ਸਪੋਰਟ ਕਰੋ, ਉਹ ਕਹਿੰਦੇ ਭਾਈ ਸਾਹਿਬ ਜੇ ਅਸੀਂ ਸਪੋਰਟ ਕੀਤੀ ਤੇ ਸਾਡਾ ਰਾਤੋਂ ਰਾਤ ਬਿਸਤਰਾ ਗੋਲ ਹੋ ਜਾਣਾ। ਜਿਨ੍ਹਾਂ ਨੇ ਮੱਥਾ ਟੇਕਣਾ ਉਹ ਗੋਲਕ ਚ ਪਾ ਰਹੇ ਨੇ, ਉਹ ਜਿਨ੍ਹਾਂ ਨੇ ਰਾਗੀ ਸਿੰਘ ਨੂੰ ਦੇਣਾ ਉਹ ਤਾਂ ਸਿੱਧਾ ਰਾਗੀ ਸਿੰਘ ਨੂੰ ਦਿੱਤਾ, ਉਹਦੇ ਵਿੱਚੋਂ ਡਾਕਰ ਨਾ ਮਾਰੋ। ਮੈਂ ਤਾਂ ਇਹ ਕਹਿ ਰਿਹਾ ਉੱਥੇ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ ਇਤਿਹਾਸਿਕ ਗੁਰਦੁਆਰੇ? ਬਿਲਕੁਲ ਜੀ। ਅਖੰਡ ਪਾਠ ਦੀ ਭੇਟਾ 6100 ਤੇ 5100 ਲੈਂਦੇ ਨੇ ਉਹ। ਹਾਂਜੀ, ਤੇ ਉਹ ਸਾਨੂੰ 4 ਡਿਊਟੀਆਂ ਦੇ 500 ਰੁਪਏ ਦਿੰਦੇ। ਹੋ ਸਕਦਾ ਹੈ ਕਿ ਸਾਰੇ ਮੁਲਕ ਦੀਆਂ ਜਿਹੜੀਆਂ ਜਾਂ ਫਿਰ ਸਾਰੀ ਦੁਨੀਆ ਦੀਆਂ ਪ੍ਰਬੰਧਕ ਕਮੇਟੀਆਂ ਸਹਿਮਤ ਨਾ ਹੋਣ। ਕਦੋਂ ਤੱਕ ਲੜਨਾ? ਸਾਡਾ ਲੜਨ ਵਿੱਚ ਲੜਾਈ ਤਾਂ ਹੈ ਹੀ ਨਹੀਂ, ਫਿਜ਼ੀਕਲ ਤਾਂ ਕੋਈ ਲੜਾਈ ਨਹੀਂ ਲੜਨੀ ਅਸੀਂ। ਸਿੱਖ ਪੰਥ ਦੇ ਵਿੱਚ ਕੀਰਤਨੀਏ ਸਿੰਘਾਂ ਦਾ ਜਿਹੜਾ ਅਹੁਦਾ ਹੈ ਉਹ ਬੜਾ ਹੀ ਸਨਮਾਨਿਤ ਅਹੁਦਾ ਹੈ, ਤੇ ਪੰਥ ਦੇ ਵਿੱਚ ਕੀਰਤਨੀਏ ਸਿੰਘਾਂ ਦੇ ਵੱਲੋਂ ਕੋਈ ਵੀ ਮੁੱਦਾ ਹੈਗਾ ਜਿਹੜਾ ਉਹ ਬਹੁਤ ਹੀ ਘੱਟ, ਅੱਜ ਤੱਕ ਆਪਾਂ ਦੇਖਿਆ ਕਿ ਬਹੁਤ ਹੀ ਘੱਟ ਚੁੱਕਿਆ ਗਿਆ। ਇੱਕ ਵਾਰ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨੀਏ ਸਿੰਘਾਂ ਦੇ ਨਾਲ ਗ੍ਰੰਥੀ ਸਿੰਘ, ਹੈੱਡ ਗ੍ਰੰਥੀ ਸਿੰਘ ਦੇ ਵਿਵਹਾਰ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਸੀ। ਉਸ ਤੋਂ ਬਾਅਦ ਦੂਸਰੀ ਵਾਰੀ ਇੱਕ ਮੁੱਦਾ ਜੋ ਚੁੱਕਿਆ ਹੈ ਕੀਰਤਨੀਏ ਸਿੰਘਾਂ ਨੇ, ਉਹ ਹੈ ਭੇਟਾਂ ਨੂੰ ਲੈ ਕੇ। ਭੇਟਾਂ ਨੂੰ ਲੈ ਕੇ ਪਿਛਲੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਕੀਰਤਨੀ ਜਥੇ ਅਤੇ ਪੰਜਾਬ ਦੇ ਹੋਰ ਜਿਹੜੇ ਕੀਰਤਨੀ ਜਥੇ ਨੇ, ਉਹਨਾਂ ਸਾਰਿਆਂ ਨੇ ਇੱਕ ਮੰਗ ਰੱਖੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਮੂਹਰੇ ਕਿ ਜਿਹੜਾ ਜਦੋਂ ਵੀ ਕਿਤੇ ਪ੍ਰੋਗਰਾਮ ਕਰਨ ਜਾਂਦੇ ਨੇ ਕੀਰਤਨੀਏ ਸਿੰਘ, ਤਾਂ ਉਹਨਾਂ ਦੀ ਭੇਟਾ ਦੇ ਵਿੱਚੋਂ ਜਿਹੜਾ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਅੱਧ ਲਿਆ ਜਾਂਦਾ ਹੈ ਦੇਸ਼ ਵਿੱਚ ਚਾਹੇ ਵਿਦੇਸ਼ ਵਿੱਚ, ਉਸ ਨੂੰ ਬੰਦ ਕੀਤਾ ਜਾਵੇ। ਇਹ ਜਿਹੜਾ ਆਰਥਿਕ ਸ਼ੋਸ਼ਣ ਹੈ ਉਹ ਬੰਦ ਕੀਤਾ ਜਾਵੇ। ਅੱਜ ਅਸੀਂ ਲੁਧਿਆਣਾ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਾਂ ਜਿੱਥੇ ਹਜ਼ੂਰੀ ਰਾਗੀ ਕੀਰਤਨੀਏ ਜਥੇ ਪਹੁੰਚੇ ਹੋਏ ਨੇ। ਇਹ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਗੱਲ ਕਿੱਥੇ ਤੱਕ ਪਹੁੰਚੀ ਹੈ। ਸੋ ਸਾਡੇ ਨਾਲ ਭਾਈ ਗੁਰਦੇਵ ਸਿੰਘ ਕੁਹਾੜਕਾ ਜਿਹੜੇ ਕਿ ਹਜ਼ੂਰੀ ਰਾਗੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਬਲਵਿੰਦਰ ਸਿੰਘ ਲੋਪੋਕੇ ਨੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਜੀਤ ਸਿੰਘ ਪਠਾਨਕੋਟ ਗੁਰਮਤ ਰਾਗੀ ਸਭਾ ਦੇ ਪ੍ਰਧਾਨ ਨੇ। ਇਸ ਦੇ ਨਾਲ ਹੀ ਭਾਈ ਸੰਦੀਪ ਸਿੰਘ ਵੀ ਹੈਗੇ ਨੇ ਇੱਥੇ ਹਜ਼ੂਰੀ ਰਾਗੀ ਜਥਾ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਉਹ ਵੀ ਸਾਡੇ ਨਾਲ ਜੁੜਨਗੇ, ਤੇ ਨਾਲ ਹੀ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇੱਥੇ ਨੇ, ਅਹੁਦੇਦਾਰ ਨੇ ਉਹ ਵੀ ਇੱਥੇ ਨੇ। ਸੋ ਭਾਈ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੋਈ ਜਵਾਬ ਆਇਆ ਹੈ? ਤੁਸੀਂ ਜੋ ਮੰਗ ਪੱਤਰ ਦਿੱਤਾ ਪਿਛਲੇ ਦਿਨੀ। ਸਾਰੀ ਸੰਗਤ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਭੈਣ ਜੀ, ਅਜੇ ਤੱਕ ਜਵਾਬ ਨਹੀਂ ਆਇਆ। ਅਸੀਂ ਇਹ ਵੀ ਸਮਝਦੇ ਹਾਂ ਕਿ ਉਹ ਕਾਫੀ ਬਿਜੀ ਹੁੰਦੇ ਨੇ, ਕਿਉਂਕਿ ਬੜੀ ਵੱਡੀ ਸਰਵਉੱਚ ਅਦਾਲਤ ਆ, ਬਹੁਤ ਸਾਰੇ ਮਸਲੇ ਉਹਨਾਂ ਕੋਲੇ ਜਾਂਦੇ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ, ਕੋਈ ਛੋਟੀ ਗੱਲ ਨਹੀਂ ਹੈ। ਪਰ 1 ਹਫ਼ਤਾ ਹੋ ਗਿਆ ਸ਼ਾਇਦ ਸਾਨੂੰ। ਹਾਂਜੀ, 5 ਤਰੀਕ ਨੂੰ। ਹਾਂਜੀ, 5 ਮਈ। ਅਜੇ ਤੱਕ ਕੋਈ ਕਾਲ ਨਹੀਂ ਆਈ, ਅਜੇ ਤੱਕ ਕੋਈ ਉਹਨਾਂ ਵੱਲੋਂ ਰਿਸਪੌਂਸ ਨਹੀਂ ਆਇਆ। ਤੇ ਹੋਰ ਕਿਤੋਂ ਦੁਨੀਆ ਭਰ ਦੀਆਂ ਕਮੇਟੀਆਂ ਦੀ ਤੁਸੀਂ ਗੱਲ ਕੀਤੀ ਹੈ, ਕਿਤੋਂ ਵੀ ਕੋਈ ਰਿਸਪੌਂਸ ਆਇਆ ਤੁਹਾਡੀ ਇਸ ਮੰਗ ਨੂੰ ਲੈ ਕੇ? ਹਾਂਜੀ, ਰਿਸਪੌਂਸ ਲੁਧਿਆਣਾ ਸ਼ਹਿਰ ਦੀ ਕਮੇਟੀ ਜਿੱਥੇ ਇਸ ਵੇਲੇ ਅਸੀਂ ਰੁਕੇ ਹੋਏ ਹਾਂ, ਬਿਲਕੁਲ ਤੁਹਾਡੇ ਪਿੱਛੇ ਖੜੇ ਪ੍ਰਧਾਨ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਬੈਨੀਪਾਲ, ਉਹਨਾਂ ਦੇ ਸਮੁੱਚੀ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ, ਉਹਨਾਂ ਨੇ ਪਹਿਲ ਕੀਤੀ ਹੈ। ਅੱਜ ਸਾਡਾ ਪਹਿਲਾ ਸਮਾਗਮ ਹੈ ਜਿਸ ਕਮੇਟੀ ਨੇ ਰਾਗੀ ਸਿੰਘਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਗੁਰਦੁਆਰੇ 'ਚ ਅੱਜ ਤੋਂ ਬਾਅਦ ਕਦੀ ਵੀ ਇਹੋ ਜਿਹਾ ਕੋਈ ਰਾਗੀ ਸਿੰਘਾਂ ਦੀ ਭੇਟਾਂ ਨੂੰ ਲੈ ਕੇ ਅਸੀਂ ਵਿਵਾਦ ਨਾ ਪੈਦਾ ਹੋਣ ਦੇਵਾਂਗੇ
ਤੇ ਨਾ ਹੀ ਅਸੀਂ ਕੋਈ ਸ਼ੁਰੂ ਕਰਾਂਗੇ। ਜੋ ਚੱਲਦਾ ਸੀ ਉਹਨੂੰ ਵੀ ਅਸੀਂ ਬੰਦ ਕਰ ਦਿੱਤਾ। ਇਹ ਉਹਨਾਂ ਨੇ ਐਲਾਨ ਕਰ ਦਿੱਤਾ ਜਨਤਕ ਤੌਰ ਹਾਂ, ਜਨਤਕ ਤੌਰ ਤੇ ਉਹਨਾਂ ਨੇ ਐਲਾਨ ਕੀਤਾ, ਰਾਗੀ ਸਿੰਘਾਂ ਨਾਲ ਸਮਰਥਨ ਕੀਤਾ। ਅਸੀਂ ਸਾਰੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇਸੇ ਧੰਨਵਾਦ ਸਮਾਗਮ ਰੱਖਿਆ ਗਿਆ ਤੇ ਅਸੀਂ ਸਮੁੱਚੀਆਂ ਗੁਰਦੁਆਰਾ ਸਾਹਿਬ ਜੀ ਦੀਆਂ ਕਮੇਟੀਆਂ, ਜਿੱਥੇ ਤੱਕ ਸਾਡੀ ਆਵਾਜ਼ ਤੁਹਾਡੇ ਮਾਧਿਅਮ ਰਾਹੀਂ ਜਾ ਰਹੀ ਹੈ, ਅਸੀਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਪ੍ਰਬੰਧਕ ਵੀਰੋ, ਸਾਡੇ ਸਾਰਿਆਂ ਦੀ ਤੁਹਾਡੇ ਅੱਗੇ ਰਜੋਈ ਹੈ ਕਿ ਇਹ ਹੱਕ ਰਾਗੀ ਸਿੰਘਾਂ ਦਾ ਹੈ ਤੇ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਵਾਪਸ ਦਿਓ। ਅਸੀਂ ਤੁਹਾਡਾ ਪੂਰਾ ਸਮਰਥਨ, ਪੂਰਾ ਪਿਆਰ, ਸਤਿਕਾਰ ਤੁਹਾਡਾ ਬਹਾਲ ਕਰਾਂਗੇ। ਹਰੇਕ ਉਸ ਗੁਰਦੁਆਰੇ ਜਿਹੜਾ ਵੀ ਇਸ ਪਹਿਲ ਕਦਮੀ ਦੇ ਵਿੱਚ ਅੱਗੇ ਆਵੇਗਾ, ਇਸ ਤਰ੍ਹਾਂ ਹੀ ਮੈਂ ਔਰ ਮੇਰੇ ਸਹਿਯੋਗੀ ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲੇ, ਭਾਈ ਬਲਵਿੰਦਰ ਸਿੰਘ ਲੋਪੋਕੇ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਸੰਦੀਪ ਸਿੰਘ ਜੀ, ਭਾਈ ਗੁਰਜੀਤ ਸਿੰਘ, ਸਾਰੇ ਜਥੇ ਔਰ ਇਹਨਾਂ ਦੇ ਪਿੱਛੇ ਜਿਤਨੇ ਵੀ ਸਾਡੇ ਹੋਰ ਗੁਰੂ ਕੇ ਪਿਆਰੇ ਹਨ, ਅਸੀਂ 6 ਜਥਿਆਂ ਦਾ ਗਰੁੱਪ ਬਣਾ ਕੇ ਤੇ ਅਸੀਂ ਉੱਥੇ ਧੰਨਵਾਦ ਸਮਾਗਮ ਪੂਰੇ ਇੰਡੀਆ ਵਿੱਚ ਰੱਖਾਂਗੇ, ਜਿੱਥੇ ਤੱਕ ਵੀ ਸਾਨੂੰ ਗੁਰਦੁਆਰਾ ਕਮੇਟੀਆਂ ਰਾਗੀ ਸਿੰਘਾਂ ਨੂੰ ਸਪੋਰਟ ਕਰਨਗੀਆਂ। ਸੋ ਜ਼ਰੂਰ ਗੱਲ ਕਰਨਾ ਚਾਹਾਂਗੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ। ਭਾਈ ਸਾਹਿਬ, ਨਾਮ ਕੀ ਹੈ ਤੁਹਾਡਾ? ਕੁਲਵਿੰਦਰ ਸਿੰਘ ਬੈਨੀਪਾਲ। ਕੀ ਤੁਸੀਂ ਸਾਰੀ ਜੋ ਸਿੰਘ ਸਾਹਿਬਾਨਾਂ ਨੇ ਦਿੱਤੀ ਹੈ ਜਾਣਕਾਰੀ, ਉਹਦੇ ਨਾਲ ਸਹਿਮਤੀ ਜਤਾ ਰਹੇ ਹੋ ਤੁਸੀਂ? ਹਾਂਜੀ ਬਿਲਕੁਲ, ਜੋ ਵੀ ਇਹਨਾਂ ਦੀ ਮੀਟਿੰਗ 4/5/2022 ਨੂੰ ਜਵੱਦੀ ਸਾਹਿਬ ਹੋਈ ਸੀ, ਗੁਰਦੁਆਰਾ ਸ੍ਰੀ ਗੁਰੂ ਗਿਆਨ ਪ੍ਰਕਾਸ਼ 'ਚ ਰੱਖੀ ਸੀ, ਜੋ ਵੀ ਇਹਨਾਂ ਨੇ ਮਤਾ ਉੱਤੇ ਪਾਸ ਕੀਤੇ ਸੀ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ। ਅਸੀਂ ਇਹਨਾਂ ਰਾਗੀ ਸੁਭਾਵਾਂ ਦੇ ਨਾਲ ਹਾਂ। ਜੋ ਵੀ ਇਹਨਾਂ ਦੇ ਮੰਗਾਂ ਨੂੰ ਜਾਇਜ਼ ਨੇ, ਅਸੀਂ ਇਹਨਾਂ ਦਾ ਹਮੇਸ਼ਾ ਰਾਗੀ ਸਿੰਘਾਂ ਨਾਲ ਸਮਰਥਨ ਕਰਦੇ ਰਹਾਂਗੇ। ਤੇ ਇਹ ਪਹਿਲਾਂ ਮਤਲਬ ਭੇਟਾ ਦੇ ਵਿੱਚੋਂ ਜਿਹੜਾ ਹੁੰਦਾ ਅੱਧੀ ਭੇਟਾ ਲੈ ਲਈ ਜਾਂਦੀ ਸੀ ਇਸ ਗੁਰਦੁਆਰੇ ਵਿੱਚ? ਨਹੀਂ, ਪਹਿਲਾਂ ਦੇਖੋ, ਅਸੀਂ ਰਾਗੀ ਸੁਭਾਵਾਂ ਦਾ ਸਾਰਾ ਸਮਰਥਨ ਕਰਦੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਸੋ ਭਾਈ ਮਨਜੀਤ ਸਿੰਘ ਸਾਡੇ ਨਾਲ ਨੇ। ਸੋ ਭਾਈ ਸਾਹਿਬ, ਜਿਹੜਾ ਮਸਲਾ ਹੈਗਾ ਇਹ, ਕਿੰਨਾ ਕੁ ਤੁਸੀਂ ਇਹਨੂੰ ਮੰਨਦੇ ਹੋ ਕਿ ਔਖਾ ਹੈ? ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਆਦੇਸ਼ ਕਰਨਾ ਹੋਵੇ ਤੁਹਾਡੀ ਮੰਗ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਸਾਰੀਆਂ ਜਿਹੜੀਆਂ ਹੈਗੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਤਾਂ ਉਹਨਾਂ ਦੇ ਲਈ ਕਿੰਨਾ ਕੁ ਪੇਚੀਦਾ ਹੋ ਸਕਦਾ? ਨਹੀਂ, ਜੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਮੰਗ ਨੂੰ ਜਾਇਜ਼ ਮੰਨਦਿਆਂ ਹੋਇਆਂ ਆਦੇਸ਼ ਕਰ ਦਿੰਦੇ ਨੇ, ਫਿਰ ਤਾਂ ਕੋਈ ਏਡਾ ਵੱਡਾ ਮਸਲਾ ਨਹੀਂ, ਕਿਉਂਕਿ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਮੰਗਾਂ ਬੜੀਆਂ ਜਾਇਜ਼ ਨੇ। ਲੌਜਿਕ ਹੈ ਇਹਦੇ ਪਿੱਛੇ। ਕੀਰਤਨ ਸਿੰਘਾਂ ਨੇ ਕਰਨਾ ਹੈ, ਮਿਹਨਤ ਉਹਨਾਂ ਨੇ ਕਰਨੀ ਹੈ, ਸਫ਼ਰ ਉਹਨਾਂ ਨੇ ਕਰਨਾ, ਨੀਂਦਰੇ ਉਹਨਾਂ ਨੇ ਝਾਕਣੇ ਹੈ, ਤੇ ਕਮੇਟੀ ਦਾ ਤਾਂ ਕੋਈ ਰੋਲ ਹੀ ਨਹੀਂ ਬਣਦਾ। ਕਮੇਟੀ ਨੂੰ ਤਾਂ ਜੋ ਸੰਗਤ ਨੇ ਦੇਣਾ, ਰਸੀਦ ਵੀ ਕਟਾ ਦਿੰਦੀ ਹੈ, ਗੋਲਕ 'ਚ ਵੀ ਪਾ ਦਿੰਦੀ ਹੈ, ਤੇ ਇਸ ਕਰਕੇ ਮੰਗਾਂ ਬੜੀਆਂ ਜਾਇਜ਼ ਨੇ। ਸਾਨੂੰ ਤਾਂ ਪੂਰਨ ਆਸ ਹੈ। ਇਹ ਕਦੋਂ ਤੋਂ, ਜੇ ਆਪਾਂ ਇਹਦਾ ਪਿਛੋਕੜ ਦੇਖ ਲਈਏ, ਕਦੋਂ ਤੋਂ ਇਹ ਹੁੰਦਾ ਆ ਰਿਹਾ ਹੈ ਕੀਰਤਨੀਏ ਸਿੰਘਾਂ ਦੀ ਭੇਟਾ ਦੇ ਵਿੱਚੋਂ ਅੱਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲੈ ਰਹੀਆਂ ਨੇ? ਇਹ ਸਾਡੀ ਤਾਂ ਸਮਝ ਤੋਂ ਬਾਹਰ ਹੈ। ਮੇਰਾ ਖਿਆਲ ਸਾਡੇ ਜੰਮਣ ਤੋਂ ਪਹਿਲਾਂ ਅਸੀਂ ਤਾਂ ਦੇਖ ਰਹੇ ਪਿਤਾ ਪੁਰਖੀ ਇਹ ਚੱਲ ਰਿਹਾ ਸਿਸਟਮ। ਉਦੋਂ ਵੀ ਚੱਲਦਾ ਹੁੰਦਾ ਸੀ ਜਦੋਂ ਸਾਡੇ ਪਿਤਾ ਜੀ ਕੀਰਤਨ ਦੀ ਸੇਵਾ ਕਰਦੇ ਹੁੰਦੇ ਸੀ, ਤੇ ਹੁਣ ਮੈਨੂੰ ਵੀ ਕਈ ਸਾਲ ਹੋ ਗਏ ਨੇ, ਕਈ ਦਹਾਕੇ ਹੋ ਗਏ। ਇਹਦਾ ਮਤਲਬ ਕੋਈ ਕਾਰਨ ਦੱਸਿਆ ਜਾਂਦਾ ਵੀ ਕਿਉਂ ਲਈ ਜਾਂਦੀ ਹੈ ਭੇਟਾ, ਜਾਂ ਫਿਰ ਜਿੰਨੇ ਜੇ ਕਥਾਵਾਚਕ ਆਉਂਦੇ ਨੇ ਉਹਨਾਂ ਦੇ ਵੀ ਭੇਟਾ ਚੋਂ ਅੱਧ ਲਿਆ ਜਾਂਦਾ? ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਕਥਾਵਾਚਕਾਂ ਦਾ ਲੈਂਦੇ ਕਿ ਨਹੀਂ ਲੈਂਦੇ। ਜੇ ਉਹਨਾਂ ਦਾ ਲੈ ਵੀ ਲੈਣ ਤੇ ਮੇਰਾ ਖਿਆਲ ਉਹਨਾਂ ਦਾ ਕੋਈ ਬਾਹਲਾ ਅਸਰ ਨਹੀਂ ਪੈਣਾ। ਉਹ ਤਾਂ ਇੱਕ ਬੰਦਾ ਹੁੰਦਾ ਹੈ, ਇੱਕ ਸਿੰਘ ਹੁੰਦਾ ਹੈ। ਇੱਥੇ 3 ਹੁੰਦੇ ਨੇ। 1100 ਚੋਂ 550 ਕਮੇਟੀ ਲੱਗੀ ਤੇ 550 ਤਿੰਨਾਂ ਨੂੰ ਡਿਵਾਈਡ ਕਰਨਾ ਹੈ। ਅੱਛਾ, ਤੇ ਭੇਟਾ ਵੀ ਕੋਈ ਮਤਲਬ ਫਿਕਸ ਹੁੰਦੀ ਹੈ ਵੀ ਇੰਨੀ ਭੇਟਾ ਲੈਣੀ ਹੁੰਦੀ ਹੈ? ਹਾਂਜੀ, ਹਰ ਕਮੇਟੀ ਨੇ ਫਿਕਸ ਕੀਤੀ ਹੁੰਦੀ ਵੀ ਜਥਾ ਕੋਈ ਘਰੇ ਕੀਰਤਨ ਕਰਨ ਜਾਏਗਾ ਤਾਂ ਕਮੇਟੀ ਨੇ ਫਿਕਸ ਕੀਤੀ ਹੁੰਦੀ ਵੀ 1100 ਜਾਂ 2100 ਜਿੰਨੀ ਵੀ ਸਮਥਿੰਗ ਹੈਗੀ ਹੈ, ਉਹਦੇ ਵਿੱਚੋਂ 50% ਲੈਂਦੇ ਆ। ਤੇ ਸੈਕੰਡਲੀ ਜਿਹੜੀ ਉੱਥੇ ਵਾਜੇ ਤੇ ਮਾਇਆ ਹੁੰਦੀ ਹੈ, ਗੁਰੂ ਘਰ ਵੀ ਜਦੋਂ ਕੀਰਤਨ ਕਰਦੇ ਨੇ, ਕੀਰਤਨ ਵਾਜੇ ਤੇ ਉਹਦਾ ਵੀ 50% ਲੈਂਦੇ ਨੇ। ਇਹ ਵੈਸੇ ਕੋਈ ਏਡੀ ਵੱਡੀ ਗੱਲ ਨਹੀਂ। ਹੁਣ ਸਮੇਂ ਦੇ ਹਿਸਾਬ ਨਾਲ ਤਕਰੀਬਨ ਸਾਰੇ ਗੁਰੂ ਘਰਾਂ ਦੀਆਂ ਇਮਾਰਤਾਂ ਵੀ ਬਣ ਚੁੱਕੀਆਂ, ਸਾਰਾ ਕੁਝ ਹੋ ਚੁੱਕਾ, ਡਿਵੈਲਪਮੈਂਟ ਹਰ ਹਿਸਾਬ ਨਾਲ ਹਰ ਪੱਖ ਤੋਂ ਹੋ ਚੁੱਕੀ ਹੈ। ਇਹ ਤਾਂ ਪਤਾ ਨਹੀਂ ਕਿਉਂ ਮੱਖੀ ਤੇ ਮੱਖੀ ਮਾਰੀ ਜਾ ਰਹੀ, ਸਾਡੀ ਤੇ ਆਪ ਸਮਝ ਤੋਂ ਬਾਹਰ ਹੈ। ਕੋਈ ਏਡੀ ਵੱਡੀ ਰਕਮ ਵੀ ਨਹੀਂ ਹੁੰਦੀ। ਜਦੋਂ ਕੀਰਤਨ ਕਰਨ ਜਾਂਦਾ 1100 ਭੇਟਾ 500 1000 ਰੁਪਇਆ ਉੱਤੋਂ ਲਾ ਲਓ, 2000 ਤੋਂ 1000 ਲੈ ਵੀ ਲੈਣਗੇ ਜਿੱਦਾਂ ਲੈਂਦੇ ਨੇ। ਕਿੰਨੀ ਕੁ ਜੇ ਆਪਾਂ ਲਈਏ ਮਿਨੀਮਮ ਤੇ ਮੈਕਸਿਮਮ ਕਿੰਨੀ ਕੁ ਹੁੰਦੀ ਹੋਏਗੀ ਭੇਟਾ? ਇਹ ਤਾਂ ਦੇਖੋ ਡਿਪੈਂਡ ਕਰਦਾ ਪ੍ਰੋਗਰਾਮ ਟੂ ਪ੍ਰੋਗਰਾਮ। ਹਾਂਜੀ, ਇਹ ਮਤਲਬ ਰਾਗੀ ਸਿੰਘਾਂ ਦੇ ਵੱਲੋਂ ਖੁਦ ਨਹੀਂ ਡਿਮਾਂਡ ਕੀਤੀ ਜਾਂਦੀ, ਇਹ ਪ੍ਰਬੰਧਕ ਕਮੇਟੀ ਦਿੰਦੀ ਹੈ? ਹਾਂਜੀ, ਪ੍ਰਬੰਧਕ ਕਮੇਟੀ ਆਪਣੀ ਮਰਜ਼ੀ ਨਾਲ ਉਹਨਾਂ ਫਿਕਸ ਕੀਤੀ ਹੁੰਦੀ ਹੈ। ਭਾਈ ਬਲਵਿੰਦਰ ਸਿੰਘ ਸਾਡੇ ਨਾਲ ਨੇ। ਭਾਈ ਸਾਹਿਬ, ਜਿਹੜੀ ਇਹ ਮੰਗ ਹੈ ਤੁਹਾਡੀ, ਇਹਦੇ ਵਿੱਚ ਕਿੰਨੇ ਮਤਲਬ ਦੇਸ਼ ਦੁਨੀਆ ਦੇ ਰਾਗੀ ਜਥੇ ਕਿੰਨੇ ਤੁਹਾਡੇ ਨਾਲ? ਇਹਦੇ ਵਿੱਚ ਮਨ ਕਰਕੇ ਤਾਂ ਸਾਰੇ ਹੀ ਨੇ, ਅੰਦਰੋਂ ਸਾਰੇ ਦੁਖੀ, ਪਰ ਸਾਹਮਣੇ ਆਉਣ ਲਈ ਕੋਈ ਵਿਰਲੇ ਤਿਆਰ ਹੁੰਦੇ ਆ। ਜਿਵੇਂ ਤੁਸੀਂ ਮਤਲਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿੰਨੇ ਕੀਰਤਨੀ ਜਥੇ ਨੇ ਸਾਰੇ ਕਮੇਟੀ ਦੇ ਮੁਲਾਜ਼ਮ ਨੇ, ਤਾਂ ਇਹ ਤੁਹਾਡੇ ਲਈ ਅਜਿਹਾ ਜਿਹੜਾ ਸਟੈਂਡ ਲੈਣਾ ਕਿੰਨਾ ਕੁ ਔਖਾ ਕਹਿ ਸਕਦੇ ਹੋ? ਦੇਖੋ, ਸਟੈਂਡ ਲੈਣਾ ਤੇ ਔਖਾ ਹੈ,
ਕਿਉਂਕਿ ਸਾਡਾ ਇਹ ਮਤਲਬ ਮਹਾਰਾਜ ਨੇ ਸਾਡੀ ਇਹ ਡਿਊਟੀ ਕੀਰਤਨ ਦੀ ਲਾਈ ਹੈ। ਉਹਦੇ ਮੁਤਲਕ ਜਦੋਂ ਆਪਾਂ ਇਹ ਕਮੇਟੀਆਂ ਦੇ ਵਿੱਚ ਆਵਾਜ਼ ਉਠਾਵਾਂਗੇ, ਸਾਡੇ ਲਈ ਔਖਾ ਤਾਂ ਜ਼ਰੂਰ ਹੋਊਗਾ, ਪਰ ਜੇ ਆਵਾਜ਼ ਨਹੀਂ ਉਠਾਉਂਦੇ ਤੇ ਤਾਂ ਵੀ ਆਉਣ ਵਾਲੇ ਸਮੇਂ ਵਾਸਤੇ ਆਪਣੇ ਰਾਗੀ ਸਿੰਘਾਂ ਲਈ ਬਹੁਤ ਔਖਾ ਹੋਊਗਾ। ਕਿਉਂਕਿ ਜਿੰਨਾ ਇਹ ਅਸਲ ਵਿੱਚ ਗੱਲ ਪੈਸੇ ਦੀ ਨਹੀਂ, ਗੱਲ ਮਾਨ ਸਨਮਾਨ ਦੀ ਆ। ਜਦੋਂ ਆਪਾਂ ਰਾਗੀ ਸਿੰਘ ਕੋਲੋਂ ਅੱਧ ਲੈਂਦੇ ਆ, ਉੱਥੇ ਇਹ ਵੀ ਮਤਲਬ ਤੋਖਲਾ ਲੱਗਾ ਰਹਿੰਦਾ ਹੈ ਵੀ ਇਹ ਇਹਦੇ ਵਿੱਚੋਂ ਕੋਈ ਚੋਰੀ ਨਾ ਕਰਦਾ, ਵਿੱਚੋਂ ਘੱਟ ਨਾ ਕਟਾਉਂਦੇ ਹੁਣ ਰਸੀਦ। ਉਹ ਇੱਕ ਮਤਲਬ ਅਣਬਣ ਬਣੀ ਰਹਿੰਦੀ ਹੈ, ਇੱਕ ਤੋਖਲਾ ਬਣਿਆ ਰਹਿੰਦਾ, ਕਮੇਟੀ ਦੇ ਮਨ 'ਚ ਵੀ ਵਿਚਾਰ ਬਣੀ ਰਹਿੰਦੀ ਆ। ਮਾਨ ਸਨਮਾਨ ਨੂੰ ਇਹਦੇ ਵਿੱਚ ਠੇਸ ਪਹੁੰਚਦੀ ਆ, ਕਿਉਂਕਿ ਜੋ ਸੰਗਤ ਨੇ ਅਸੀਸ ਦਿੱਤੀ ਹੈ ਉਹ ਗੁਰੂ ਕੇ ਕੀਰਤਨੀਆਂ ਨੂੰ ਗੁਰੂ ਸ਼ਬਦ ਦੀ ਦਿੱਤੀ ਆ। ਜਿਹੜੇ ਕਮੇਟੀ ਨੂੰ ਦੇਣੇ ਪੈਸੇ ਉਹ ਤਾਂ ਕਮੇਟੀ ਦੀ ਗੋਲਕ 'ਚ ਪਾ ਦਿੱਤੇ ਜਾਂ ਉਹਨਾਂ ਨੇ ਰਸੀਦ ਕਟਾ ਦਿੱਤੀ, ਪਰ ਜਿਹੜਾ ਸ਼ਬਦ ਦਾ ਸਤਿਕਾਰ ਅਸੀਸ ਰੂਪ ਦੇ ਵਿੱਚ ਕੀਰਤਨੀਆਂ ਨੂੰ ਦਿੱਤਾ ਜਾਂਦਾ ਹੈ, ਉਹਦੇ ਵਿੱਚੋਂ ਵੀ ਜਦੋਂ ਅੱਧ ਦੇਣਾ ਪੈਂਦਾ ਆ, ਕਿਉਂਕਿ ਸਭ ਦੀਆਂ ਲੋੜਾਂ ਨੇ। ਇੱਕ ਕੀਰਤਨੀਆ, ਇੱਕ ਗ੍ਰੰਥੀ ਸਿੰਘ ਆ, ਪਰਿਵਾਰ ਉਹਦਾ ਹੈ, ਪੈਟਰੋਲ ਉਹਨੂੰ ਵੀ ਉਨਾ ਹੀ ਰੇਟ 'ਤੇ ਮਿਲਦਾ ਹੈ, ਬਿਜਲੀ ਪਾਣੀ ਉਹਨੂੰ ਵੀ ਉਸੇ ਰੇਟ 'ਤੇ ਹੀ ਮਿਲਣਾ ਹੈ, ਰਾਸ਼ਨ ਪਾਣੀ ਉਸੇ ਰੇਟ 'ਤੇ ਮਿਲਣਾ ਹੈ, ਪਰ ਉਹਦੀ ਆਮਦਨ ਦਾ ਜਿਹੜਾ ਜ਼ਰੀਆ ਹੈ ਉਹ ਬਹੁਤ ਘੱਟ ਹੈ, ਤਨਖਾਹਾਂ ਬਹੁਤ ਘੱਟ ਨੇ ਅੱਜ ਦੇ ਸਮੇਂ ਮੁਤਾਬਕ। ਤੇ ਜੇ ਆਪਾਂ ਇਸ ਪੱਖੋਂ ਵੀ ਸੋਚੀਏ ਤੇ ਤਾਂ ਵੀ ਇਹ ਜਾਇਜ਼ ਨਹੀਂ। ਤਨਖਾਹਾਂ ਦੀ ਤੁਸੀਂ ਗੱਲ ਕੀਤੀ ਹੈ, ਇੱਕ ਜਨਰਲ ਆਪਾਂ ਗੱਲ ਕਰ ਲਈਏ, ਜਿਹੜੇ ਸਿੰਘ ਸਭਾ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਕੀਰਤਨੀ ਸਿੰਘਾਂ ਦੀ ਕਿੰਨੀ ਕੁ ਮਤਲਬ ਤਨਖਾਹ ਹੁੰਦੀ ਹੋਏਗੀ? ਤਨਖਾਹਾਂ ਬਹੁਤ ਘੱਟ ਨੇ, ਵੱਧ ਤੋਂ ਵੱਧ ਹੋ ਸਕਦਾ ਕਿਸੇ 'ਚ 6000 ਇੱਕ ਮਤਲਬ ਪਰ ਹੈਡ ਕਹਿ ਸਕਦੇ ਆਪਾਂ, ਕਿਸੇ 'ਚ 6 ਜਾਂ ਕਿਸੇ ਦੀ 8 ਆ, ਇਸ ਤਰ੍ਹਾਂ ਕਰਕੇ। ਪਰ ਅੱਜ ਦੇ ਸਮੇਂ ਵਿੱਚ ਇੰਨੇ ਘੱਟ ਖਰਚੇ 'ਤੇ ਗੁਜ਼ਾਰਾ ਕਰਨਾ ਬੜਾ ਔਖਾ ਹੈ। ਔਰ ਅਸੀਂ ਇਹ ਵੀ ਲੋਚਦੇ ਹਾਂ ਵੀ ਸਾਡੇ ਜਿਹੜੇ ਪ੍ਰਚਾਰਕ ਵੀਰ ਆ ਉਹਨਾਂ ਦੇ ਬੱਚੇ ਜਾਂ ਮਤਲਬ ਸਾਨੂੰ ਵੈਲ ਐਜੂਕੇਟਡ ਚਾਹੀਦੇ ਆ। ਕਹਿੰਦੇ ਆ ਨਾ ਆਪਾਂ ਚੈਨਲਾਂ 'ਤੇ ਵੀ ਆਪਾਂ ਅਕਸਰ ਸੁਣਦੇ ਹਾਂ ਜੀ ਸਾਡੇ ਪ੍ਰਚਾਰਕ ਵੈਲ ਐਜੂਕੇਟਡ ਹੋਣ। ਹੁਣ ਇੰਨੇ ਖਰਚਿਆਂ ਨਾਲ ਤਾਂ ਵੈਲ ਐਜੂਕੇਟਡ ਨਹੀਂ ਹੋ ਸਕਦੇ, ਕਿਉਂਕਿ ਪੜ੍ਹਾਈ ਦਾ ਖਰਚਾ ਕਰਨਗੇ ਜਾਂ ਆਪਣੀਆਂ ਲੋੜਾਂ ਨੂੰ ਦੇਖਣਗੇ। ਇਸ ਲਈ ਸਮੇਂ ਦੀ ਇਹ ਲੋੜ ਬਣ ਗਈ ਆ ਵੀ ਜੇ ਆਪਾਂ ਪ੍ਰਚਾਰਕ ਸ਼੍ਰੇਣੀ ਨੂੰ ਵੈਲ ਐਜੂਕੇਟਡ ਕਰਨਾ ਨਾ, ਤੇ ਫਿਰ ਉਹਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਪਏਗਾ, ਉਹਨਾਂ ਦੀਆਂ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਣਾ ਪਏਗਾ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਦਾ ਖਿਆਲ ਰੱਖਣਾ ਪਏਗਾ। ਇਸ ਵਾਸਤੇ ਆਵਾਜ਼ ਉਠਾਈ ਗਈ ਆ ਵੀ ਇੱਕ ਮਾਨ ਸਨਮਾਨ ਹੋਵੇ। ਦੂਸਰੀ ਗੱਲ, ਜਿੰਨਾ ਚਿਰ ਕਿਸੇ ਦਾ ਆਪਾਂ ਸਤਿਕਾਰ ਨਹੀਂ ਨਾ ਕਰਦੇ, ਉਹਨਾਂ ਚਿਰ ਉਹਦੀ ਗੱਲ ਵੀ ਨਹੀਂ ਸੁਣਦੇ। ਇਹ ਵੀ ਪੱਕਾ ਫੈਕਟ ਹੈ। ਜੋ ਜਿਹਨੂੰ ਆਪਾਂ ਸਤਿਕਾਰ ਦਿੰਦੇ ਆ ਜੀ, ਹਮੇਸ਼ਾ ਉਹਦੀ ਗੱਲ ਸੁਣਦੇ ਆ। ਸੋ ਭਾਈ ਸੰਦੀਪ ਸਿੰਘ ਵੀ ਸਾਡੇ ਨਾਲ ਨੇ, ਇਹਨਾਂ ਨੇ ਜਾ ਕੇ ਮਤਲਬ ਆਪਣੀ ਡਿਊਟੀ ਵੀ ਨਿਭਾਉਣੀ ਹੈ। ਇੱਥੇ ਕੀਰਤਨ ਸਮਾਗਮ ਅੱਜ ਚੱਲ ਰਿਹਾ ਹੈਗਾ। ਭਾਈ ਸਾਹਿਬ, ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਨ ਸਨਮਾਨ ਦੀ ਗੱਲ ਹੈ, ਗੱਲ ਪੈਸੇ ਦੀ ਨਹੀਂ ਹੈ, ਪਰ ਜੇ ਆਪਾਂ ਸਿੱਧੀਆਂ ਨਜ਼ਰਾਂ ਦੇ ਨਾਲ ਦੇਖ ਲਈਏ ਇੱਕ ਸਰਸਰੀ ਕਾਮ ਵਿਅਕਤੀ ਦੀ ਨਜ਼ਰ ਤੋਂ, ਤਾਂ ਉਹਨੂੰ ਲੱਗਦਾ ਕਿ ਮਸਲਾ ਪੈਸੇ ਦਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸਿੱਖ ਸੰਗਤਾਂ ਵੱਲੋਂ ਮਾਣ ਸਤਿਕਾਰ ਬਹੁਤ ਦਿੱਤਾ ਜਾਂਦਾ, ਪਰ ਜਿੱਥੇ ਮਾਣ ਸਤਿਕਾਰ ਦਿੱਤਾ ਜਾਂਦਾ ਉੱਥੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ, ਮਹਿੰਗਾਈ ਦੇ ਯੁੱਗ ਦੇ ਵਿੱਚ ਪੈਸਾ ਹਰੇਕ ਦੀ ਜ਼ਰੂਰਤ ਬਣ ਚੁੱਕਾ, ਔਰ ਹਰੇਕ ਨੂੰ ਪੈਸੇ ਦੀ ਜ਼ਰੂਰਤ ਆ, ਭਾਵੇਂ ਕੋਈ ਧਾਰਮਿਕ ਸ਼੍ਰੇਣੀ, ਭਾਵੇਂ ਕਿਸੇ ਹੋਰ ਕਿਤੇ ਨਾ। ਕਿਉਂਕਿ ਜਦੋਂ ਪ੍ਰਚਾਰਕਾਂ ਨੇ ਜਾਂ ਰਾਗੀ ਸਿੰਘਾਂ ਨੇ ਕਿਸੇ ਡਾਕਟਰ ਦੀ ਦੁਕਾਨ 'ਤੇ ਜਾਣਾ, ਕਲੀਨਿਕ 'ਤੇ ਜਾਣਾ, ਡਾਕਟਰ ਸਾਹਿਬ ਕਦੀ ਕਿਸੇ ਨੂੰ ਘੱਟ ਨਹੀਂ ਕਰਦੇ ਕਿ ਭਾਈ ਸਾਹਿਬ ਨੇ, ਜਾਂ ਨਾ ਪੈਟਰੋਲ ਪੰਪ ਵਾਲਾ ਸਾਨੂੰ ਕਦੀ ਕੋਈ ਘੱਟ ਕਰਦਾ, ਕੋਈ ਵੀ, ਭਾਵੇਂ ਰਾਸ਼ਨ ਵਾਲਾ, ਬਿਜਲੀ ਵਾਲਾ, ਕੋਈ ਵੀ ਨਹੀਂ ਸਾਨੂੰ ਘੱਟ ਕਰਦਾ। ਬਿੱਲ ਸਾਰਿਆਂ ਦੇ ਸੇਮ ਹੁੰਦੇ, ਸੇਮ ਸਾਰਿਆਂ ਦੀ ਮਹਿੰਗਾਈ ਦੇ ਸਾਰੇ ਖਰਚੇ ਸੇਮ ਹੀ ਨੇ ਸਾਰਿਆਂ ਦੇ। ਔਰ ਜਿੱਥੇ ਇੰਡੀਆ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਕਿ ਰਾਗੀ ਸਿੰਘਾਂ ਦਾ ਅੱਧ ਕੱਟਿਆ ਜਾ ਰਿਹਾ, ਉੱਥੇ ਵਿਦੇਸ਼ਾਂ ਦੇ ਵਿੱਚ ਅਸੀਂ ਸਾਰੇ ਪ੍ਰਬੰਧਕ ਕਮੇਟੀਆਂ ਦੀ ਗੱਲ ਨਹੀਂ ਕਰਦੇ, ਬਹੁਤ ਕਮੇਟੀਆਂ, ਪ੍ਰਬੰਧਕ ਕਮੇਟੀਆਂ ਬਹੁਤ ਅੱਛੀਆਂ ਨੇ, ਜਿਵੇਂ ਕੁਲਵਿੰਦਰ ਸਿੰਘ ਜੀ, ਬੈਨੀਪਾਲ ਜੀ ਹੁਣੇ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਕੀਰਤਨੀਆਂ ਸਿੰਘਾਂ ਵੱਲੋਂ ਇਹ ਅੱਗੇ ਆਏ ਨੇ, ਪਰ ਇਸ ਚੀਜ਼ ਨੂੰ ਇਹਨਾਂ ਨੇ ਬੰਦ ਕੀਤਾ ਤੇ ਸਮਰਥਨ ਕੀਤਾ ਕੀਰਤਨੀਆਂ ਸਿੰਘਾਂ ਦਾ। ਪੂਰੀ ਹੀ ਇਹਨਾਂ ਦੀ ਪ੍ਰਬੰਧਕ ਕਮੇਟੀ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਜਿੱਥੇ ਇੰਡੀਆ ਦੇ ਵਿੱਚ ਅੱਧ ਕੱਟਿਆ ਜਾ ਰਿਹਾ, ਉੱਥੇ ਇੱਕ ਕੰਟਰੀ ਹੈ, ਬਾਰ-ਬਾਰ ਅਸੀਂ ਵੈਸੇ ਜ਼ਿਕਰ ਕਰਦੇ ਹਾਂ ਤੇ ਉਹ ਵੀ ਸਾਨੂੰ ਫੋਨ ਕਾਲਸ ਵੀ ਆਉਂਦੀਆਂ, ਬਟ ਜ਼ਿਕਰ ਕਰਨਾ ਪੈਂਦਾ, ਜਿਵੇਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇਹਨਾਂ ਕੰਟਰੀਆਂ ਦੇ ਵਿੱਚ ਕੀਰਤਨੀਏ ਸਿੰਘ ਹੀ ਸਾਨੂੰ ਸਾਰੇ ਦੱਸਦੇ ਹਨ ਕਿ ਇੱਥੋਂ ਦੇ ਕੀ ਹਾਲਾਤ ਨੇ। ਤੇ ਬੜੇ ਦੁਖਾਂਤ ਦੀ ਗੱਲ ਹੈ, ਇੰਗਲੈਂਡ ਵਿਖੇ ਅਸੀਂ ਪਿੱਛੇ ਜੇ ਗਏ ਹਾਂ ਅਕਤੂਬਰ ਨਵੰਬਰ ਦੇ ਵਿੱਚ, ਉੱਥੇ ਹੀ ਸੀਗਾ, ਤੇ ਉੱਥੇ ਜਿਹੜੇ ਸਾਲ 2 ਸਾਲ ਵਾਸਤੇ ਜਿਹੜੇ ਕੀਰਤਨੀਏ ਜਥੇ ਜਾਂਦੇ ਨੇ, ਤੇ ਉਹਨਾਂ ਦੇ ਜਿੱਦਾਂ ਅੰਤਮ ਅਰਦਾਸ ਦਾ ਪ੍ਰੋਗਰਾਮ ਹੁੰਦਾ, ਉੱਥੇ ਕੇਵਲ 30 ਪਾਉਂਡ ਦਿੱਤੇ ਜਾਂਦੇ ਜੀ,
100 ਪਾਉਂਡ ਹੋ ਜੇ, 200 ਹੋ ਜੇ, 400 ਹੋ ਜੇ, 1000 ਹੋ ਜੇ, ਜਿੰਨੇ ਮਰਜ਼ੀ ਹੋ ਜਾਣ, ਪਰ ਕੀਰਤਨੀਆਂ ਸਿੰਘਾਂ ਨੂੰ 30 ਪਾਉਂਡ ਦੇਣੇ ਜਿਹੜੇ ਉੱਥੇ ਰੱਖੇ ਨੇ। ਚਾਹੇ ਕੋਈ ਇੰਡੀਆ ਤੋਂ ਗਿਆ ਹੋਵੇ। ਹਾਂਜੀ, ਇੰਡੀਆ ਤੋਂ ਜਿਹੜੇ ਤਕਰੀਬਨ ਉੱਥੇ ਜਾ ਕੇ ਡਿਊਟੀ ਕਰ ਰਹੇ ਨੇ, 2 ਸਾਲ ਲੰਬੇ ਸਮੇਂ ਲਈ ਜਾ ਰਹੇ ਨੇ, ਤੇ ਉਹ 30 ਪਾਉਂਡ ਤੁਸੀਂ ਦੇਖੋ, ਤਿੰਨਾਂ ਜਾਣਿਆਂ ਨੇ ਵੰਡਣੇ, 10-10 ਪਾਉਂਡ ਆਏ। ਉਹਨਾਂ ਦੇ ਵੀ ਮਨਾਂ ਤੇ ਕੀ ਬੀਤਦੇ ਹੈਗੀ ਕਿ ਉਹਨਾਂ ਦੇ ਹੱਕ ਦੀ ਕਮਾਈ ਜਿਹੜੀ ਉਹਨਾਂ ਨੇ ਕੀਰਤਨ ਇੰਨਾ ਚਿਰ ਲਾ ਕੇ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਕੀਰਤਨੀ ਸਿੰਘਾਂ ਨੂੰ ਕੀ ਸਮਝਦੇ ਨੇ? ਉਹਨਾਂ ਦੀ ਨਜ਼ਰ ਦੇ ਵਿੱਚ ਤਾਂ ਇੱਕ ਆਪਾਂ ਨੌਕਰ ਦੀ ਨੇ ਹੀ ਅਸੀਂ ਸਮਝ ਸਕਦੇ, ਜਿਹੜੇ ਪ੍ਰਬੰਧਕ ਇਸ ਇਹਨਾਂ ਚੀਜ਼ਾਂ ਲਈ ਵਿਚਾਰ ਨਹੀਂ ਕਰ ਰਹੇ। ਤੇ ਉਸ ਤੋਂ ਬਾਅਦ ਆਨੰਦ ਕਾਰਜਾਂ ਦੀ ਭੇਟਾ ਜਿਹੜੀ ਉੱਥੇ ਵੱਜੀ ਹੋਈ ਆ, ਉਹ 100 ਪਾਉਂਡ ਜਾਂ 51 ਪਾਉਂਡ ਜਿੰਨੇ ਮਰਜ਼ੀ ਹੋ ਜੇ, ਕਈ ਵਾਰੀ 2.5-2.5 3-3 ਪਾਉਂਡ ਤੱਕ ਵੀ ਹੋ ਜਾਂਦਾ। ਯਾਨੀ ਕਿ ਇੱਕ ਤਰੀਕੇ ਦੇ ਨਾਲ ਇੱਕ ਆਰਥਿਕ ਸ਼ੋਸ਼ਣ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਉੱਥੇ। ਜੀ ਬਿਲਕੁਲ ਬਿਲਕੁਲ, ਮਾਨਸਿਕ ਵੀ ਆ ਔਰ ਆਰਥਿਕ ਵੀ ਆ। ਮਾਨਸਿਕ ਆਪੇ ਹੀ ਹੋ ਜਾਂਦਾ ਜਦੋਂ ਕੀਰਤਨੀਆਂ ਸਿੰਘਾਂ ਦਾ ਹੱਕ ਚੁੱਕ ਕੇ ਸਾਰਾ ਆਪਾਂ ਗੋਲਕ ਚ ਪਾ ਦਿੰਦੇ। ਫਿਰ ਇਹੋ ਜੀ ਪ੍ਰਬੰਧਕ ਕਮੇਟੀ ਦਾ ਬਾਈਕਾਟ ਕਿਉਂ ਨਹੀਂ ਹੋਇਆ ਕਦੇ? ਬਾਈਕਾਟ ਕਿੱਦਾਂ, ਜਿਹੜੇ ਸਾਰਿਆਂ ਦੀਆਂ ਜ਼ਰੂਰਤਾਂ ਨੇ, ਨਾ ਕੋਈ ਆਪਣੇ ਗੁਰੂ ਘਰ ਨੂੰ ਛੱਡ ਸਕਦਾ, ਨਾ ਸਿੱਖ ਸੰਗਤਾਂ ਨੂੰ ਛੱਡ ਸਕਦਾ। ਜਿੱਥੇ ਜਿੱਥੇ ਗੁਰੂ ਕੀਆਂ ਸੰਗਤਾਂ ਜਾ ਕੇ ਵਸੀਆਂ ਨੇ, ਗੁਰੂ ਕੀ ਸੰਗਤ ਦਾ ਕੋਈ ਦੋਸ਼ ਨਹੀਂ। ਸੰਗਤਾਂ ਸਾਨੂੰ ਬਹੁਤ ਮਾਣ ਸਤਿਕਾਰ, ਅੱਗੇ ਵੀ ਦੱਸਿਆ ਕਿ ਮਾਣ ਸਤਿਕਾਰ ਪੈਸੇ ਰਾਹੀਂ ਵੀ ਬਹੁਤ ਕਰਦੇ, ਔਰ ਮਾਣ ਸਨਮਾਨ ਉੱਦਾਂ ਵੀ ਗਿਆਨ ਦਾ ਬਹੁਤ ਅਦਬ ਸਤਿਕਾਰ ਸਾਡੇ ਕਰਦੇ। ਔਰ ਅਸੀਂ ਸਿੱਖ ਸੰਗਤਾਂ ਵਾਸਤੇ ਆ ਪ੍ਰਬੰਧਕੀ ਢਾਂਚੇ, ਕੁਝ ਕਮੇਟੀਆਂ ਹੈਗੀਆਂ ਜਿਹੜੀਆਂ ਉੱਥੋਂ ਦੀ। ਜੇ ਮੈਂ ਯੂਕੇ ਦੀ ਗੱਲ ਕਰਾਂ, ਉੱਥੇ ਰਿਹਾਇਸ਼ੀ ਪ੍ਰੋਬਲਮ ਜਿਹੜੀ ਆ, ਵੱਡੀਆਂ ਸਿੰਘ ਸਭਾਵਾਂ ਨੇ ਜਿਹੜੀਆਂ ਉੱਥੇ, ਉਹ ਰਿਹਾਇਸ਼ ਦੀ ਇੰਨੀ ਪ੍ਰੋਬਲਮ ਆ ਰਹੀ ਹੈ ਕਿ ਇੱਕ ਘਰ ਹੀ ਉਹਨਾਂ ਨੇ ਰੱਖਿਆ, ਬਾਕੀ ਸਾਰੇ ਘਰ ਉਹਨਾਂ ਨੇ ਕਿਰਾਏ ਤੇ ਚਾੜ ਦਿੱਤੇ। ਔਰ ਕਿੰਨੇ ਰਾਗੀ ਪ੍ਰਚਾਰਕ ਜਾਂਦੇ ਨੇ, ਔਰ ਮੈਂ ਇੱਕ ਲਫ਼ਜ਼ ਅਜੀਬ ਜਿਹਾ ਕਹਿਣ ਲੱਗਾ ਕਿ ਉਹ ਕਬੂਤਰਾਂ ਵਾਂਗੂ ਇੱਕੇ ਖੁੱਡੇ ਵਿੱਚ ਤਾੜਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਹੁਣ ਇਸ ਸਮੇਂ ਦੇ ਵਿੱਚ ਜੋ ਦੇਖ ਕੇ ਆਇਆ ਉੱਥੇ ਆਪਣੇ ਅੱਖੀਂ, ਔਰ ਕੋਈ ਕਿਸੇ ਨੂੰ ਕਿਸੇ ਦੇ ਨਾਲ ਪਾ ਦਿੰਦੇ ਨੇ, ਕਿਸੇ ਨੂੰ ਕਿਸੇ ਦੇ ਨਾਲ ਪਾ ਦਿੰਦੇ, 5 ਬੰਦੇ 4 ਬੰਦੇ। ਔਰ ਜਿਹੜੇ ਘਰ ਨੇ, ਜਿਹੜੇ ਕਿ ਪ੍ਰਚਾਰਕਾਂ ਨੂੰ ਰਹਿਸ਼ਾਂ ਦੇਣੀਆਂ ਚਾਹੀਦੀਆਂ, ਆਇਆਂ ਦਾ ਮਾਣ ਸਨਮਾਨ, ਉਹ ਵਿਚਾਰੇ ਟੇਚੀ ਚੁੱਕ ਕੇ ਕਦੀ ਕਿਤੇ ਪੈ ਰਹੇ ਨੇ, ਕਦੀ ਕਿਤੇ ਪੈ ਰਹੇ ਨੇ। ਯਾਨੀ ਕਿ ਇਹ ਤੁਸੀਂ ਇੱਕ ਗੁਰਦੁਆਰੇ ਦੀ ਗੱਲ ਕਰਦੇ ਹੋ ਕਿ ਯੂਕੇ ਦੇ ਸਾਰੇ ਗੁਰਦੁਆਰੇ? ਸਾਰੇ ਗੁਰੂ ਘਰਾਂ ਦੇ ਨਹੀਂ ਗੁਰਦੁਆਰੇ। ਆਪਾਂ ਚਲੋ ਜਨਤਕ ਨਹੀਂ ਉਸ ਗੁਰੂ ਘਰ ਦਾ ਨਾਮ ਕਰਦੇ, ਅਸੀਂ ਤਾਂ ਬੇਨਤੀਆਂ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਵੱਲੇ ਜ਼ਰੂਰ ਤੁਸੀਂ ਗੌਰ ਕਰੋ। ਜਿੱਥੇ ਕੀਰਤਨੀਆਂ ਸਿੰਘਾਂ ਦਾ ਤੁਸੀਂ ਪੈਸੇ ਚੁੱਕ ਕੇ ਗੋਲਕ ਚ ਪਾਉਂਦੇ ਜੇ, ਉਹ ਨਾ ਪਾਓ। ਯੂਕੇ ਦੇ ਵਿੱਚ ਸਭ ਤੋਂ ਜ਼ਿਆਦਾ ਸਿਸਟਮ ਇਹ ਦੇਖਿਆ ਕਰੋ, ਅਸੀਂ ਮਹੀਨੇ 2 ਮਹੀਨੇ ਵਾਸਤੇ ਅਸੀਂ ਵੀ ਜਾਂਦੇ ਹਾਂ। ਸਾਡੇ ਨਾਲ ਚਲੋ ਉਹ ਚੀਜ਼ ਤਾਂ ਨਹੀਂ ਹੁੰਦੀ, ਕਿਉਂਕਿ ਸਾਡੀ ਸੁਸਾਇਟੀ ਕੋਈ ਜਦੋਂ ਬੁਲਾਉਂਦੀ ਸਾਡੀ ਭੇਟਾ ਫਿਕਸ ਹੁੰਦੀ ਆ, ਪਰ ਉੱਥੇ ਵੀ ਇੱਕ ਰਵਾਇਤ ਹੈ ਸਾਡੇ ਨਾਲ ਵੀ, ਦਰਬਾਰ ਸਾਹਿਬ ਦੇ ਜਥਿਆਂ ਦੇ ਨਾਲ ਵੀ, ਕਿ 250 ਪਾਉਂਡ ਲੈ ਲਓ, ਉੱਪਰਲੇ ਨਹੀਂ ਜੀ ਅਸੀਂ ਦਿੰਦੇ। ਐਕਟੀ 2-3 ਪ੍ਰੋਗਰਾਮ ਸਾਡੇ ਮਿਸ ਹੋਏ, ਉਹ ਕਹਿੰਦੇ ਜੀ ਅਸੀਂ ਉੱਪਰਲੇ ਨਹੀਂ ਦੇਣੇ ਜੀ। ਅਸੀਂ ਕਿਹਾ ਫਿਰ ਅਸੀਂ ਵੀ ਨਹੀਂ ਦੇਣੇ, ਇਸ ਕਰਕੇ ਸਾਨੂੰ ਪ੍ਰੋਗਰਾਮ ਵੀ ਉਹ ਰੱਦ ਕਰਨੇ ਪਏ। ਯਾਨੀ ਕਿ ਇਸੇ ਕਰਕੇ ਤੁਹਾਨੂੰ ਇਹ ਜਿਹੜਾ ਸਾਰਾ ਮੁੱਦਾ ਹੈ ਉਹ ਚੁੱਕਣਾ ਪਿਆ ਹੈ। ਭਾਈ ਸਰਬਜੀਤ ਸਿੰਘ ਵੀ ਸਾਡੇ ਨਾਲ ਨੇ। ਭਾਈ ਸਾਹਿਬ, ਜਿਵੇਂ ਭਾਈ ਸੰਦੀਪ ਸਿੰਘ ਹੁਣਾਂ ਨੇ ਆਪਣੀ ਕੁਝ ਮਤਲਬ ਹੱਡਬੀਤੀ ਦੱਸੀ ਹੈ, ਤੁਸੀਂ ਆਪਣੀ ਲਾਈਫ ਦੇ ਵਿੱਚ ਕਿੰਨੀ ਕੁ ਵਾਰੀ ਪ੍ਰੋਗਰਾਮ ਕੀਤੇ ਹੋਣਗੇ ਜੇ ਤੁਹਾਨੂੰ ਯਾਦ ਹੋਵੇ, ਐਸਟੀਮੇਟ ਕਿ ਇੰਨੀ ਵਾਰੀ ਮੈਂ ਪ੍ਰੋਗਰਾਮ ਕੀਤੇ ਨੇ, ਤੇ ਕਦੇ ਕਿਸੇ ਨੇ ਭੇਟਾ ਨਾ ਚੱਕੀ ਹੋਵੇ 50%? ਮੈਂ ਜ਼ਿੰਦਗੀ 2 ਜਗ੍ਹਾ ਡਿਊਟੀ ਕੀਤੀ, ਤਖਤ ਸ੍ਰੀ ਪਟਨਾ ਸਾਹਿਬ ਤੇ ਉਸ ਤੋਂ ਬਾਅਦ ਗੁਰਦੁਆਰਾ ਦੂਖਨਿਵਾਰਨ ਸਾਹਿਬ ਲੁਧਿਆਣਾ। ਤੇ ਤਖਤ ਪਟਨਾ ਸਾਹਿਬ ਤੇ ਇਦਾਂ ਸੀ ਕਿ ਜਿੰਨੀ ਮਾਇਆ ਹੁੰਦੀ ਸੀ ਉਹ ਸਾਰੀ ਹੀ ਚੁੱਕ ਲੈਂਦੇ ਸੀ। ਮਤਲਬ ਉੱਥੇ ਉਹ ਨਹੀਂ ਸੀ ਦਿੰਦੇ ਭੇਟਾ। ਦੂਖਨਿਵਾਰਨ ਸਾਹਿਬ ਵਿਖੇ ਉਹ ਮਤਲਬ ਤੁਸੀਂ ਉੱਥੇ ਤਾਂ ਨੌਕਰੀ ਕਰਦੇ ਸੀ ਨਾ? ਨੌਕਰੀ ਕਰਦੇ ਸੀ, ਬਿਲਕੁਲ। ਉੱਥੇ ਮੈਂ ਜੌਬ ਕੀਤੀ ਉਹਨਾਂ ਦੇ ਕੋਲ 5 ਸਾਲ ਤਕਰੀਬਨ ਮੈਂ ਹਜ਼ੂਰੀ ਕੀਰਤਨੀ ਰਿਹਾ ਉੱਥੇ। ਤੇ ਬੜੀ ਤਰਾਸਦੀ ਰਹੀ ਹੈ ਸਾਡੇ ਲਈ ਨਾ ਉੱਥੇ। ਜੇ ਅਸੀਂ ਆਟੋ ਤੇ ਵੀ ਜਾਂਦੇ ਸੀ, ਕਈ ਵਾਰੀ ਕਿਤੇ ਜਗ੍ਹਾ ਭੇਟਾ ਮਿਲਦੀ ਵੀ ਨਹੀਂ ਸੀ, ਤੇ ਉਹ ਆ ਕੇ ਜਦੋਂ ਅਸੀਂ ਤਖਤ ਸਾਹਿਬ ਦੱਸਣਾ ਉਹਨਾਂ ਨੂੰ ਕਿ ਸਾਨੂੰ ਭੇਟਾ ਮਿਲੀ ਨਹੀਂ, ਉਹ ਸਾਡੇ ਤੇ ਵਿਸ਼ਵਾਸ ਵੀ ਨਹੀਂ ਸੀ ਕਰਦੇ ਹੁੰਦੇ। ਉਹ ਕਹਿੰਦੇ ਅਸੀਂ ਤਾਂ ਰਸੀਦ ਕੱਟਣੀ ਆ, ਤੁਸੀਂ ਚਾਹੇ ਆਪਣੇ ਕੋਲੋਂ ਕਟਵਾਓ ਤੇ ਚਾਹੇ ਉਹਨਾਂ ਕੋਲ ਲਿਆ ਕੇ ਦਿਓ ਸਾਨੂੰ। ਇਹ ਬਹੁਤ ਵੱਡਾ ਦੁਖਾਂਤ ਰਿਹਾ ਹੈ ਕਿ ਅਸੀਂ ਵੀ ਡਿਊਟੀ ਕੀਤੀ ਹੈ ਤਾਂ ਸਾਨੂੰ ਆਦਤ ਦੇਣਾ ਹੀ ਪੈਂਦਾ ਸੀ। ਕਦੇ ਤੁਸੀਂ ਆਵਾਜ਼ ਨਹੀਂ ਸੀ ਚੁੱਕੀ ਕਿ ਇਹ ਗਲਤ ਹੈ? ਬਿਲਕੁਲ ਆਵਾਜ਼ ਚੁੱਕਦੇ ਰਹੇ ਹਾਂ, ਪਰ ਜਦੋਂ ਛੋਟੇ ਲੈਵਲ ਤੇ ਆਵਾਜ਼ ਚੁੱਕੀ ਦੀ ਹੈ ਨਾ, ਜਦੋਂ ਮੰਨ ਲਓ ਕਿ ਅਸੀਂ 4-5 ਰਾਗੀ ਇੱਕ ਜਗ੍ਹਾ ਕੀਰਤਨ ਕਰਦੇ ਹਾਂ, ਉਹ ਇਕੱਠੇ ਹੋ ਕੇ ਕਮੇਟੀ ਕੋਲ ਜਾਂਦੇ ਸੀ, ਉਹ ਸਾਨੂੰ ਅੱਤ ਦਾ ਜਲੀਲ ਕਰਕੇ ਉੱਥੋਂ ਵਾਪਸ ਭੇਜ ਦਿੰਦੇ ਹੁੰਦੇ ਸੀ, ਕਿਉਂਕਿ ਸਾਰੀ ਮਜਬੂਰੀਆਂ ਦੇ ਮਾਰੇ ਉੱਥੇ ਲੱਗੇ ਹੋਏ ਆ। ਦੇਖੋ, ਕੋਈ ਤਗੜੇ ਘਰ ਦਾ ਬੱਚਾ ਰਾਗੀ ਸਿੰਘ ਨਹੀਂ ਬਣ ਰਿਹਾ। ਤੁਸੀਂ ਸੁਸਾਇਟੀ ਦੇ ਵਿੱਚ ਦੇਖਦੇ ਹੋ ਕਿ ਚੰਗਾ ਬਿਜ਼ਨਸਮੈਨ ਜਿਹੜਾ ਬੰਦਾ, ਉਹ ਆਪਣੇ ਬੱਚੇ ਨੂੰ ਬਿਜ਼ਨਸਮੈਨ ਬਣਾਉਂਦਾ, ਇੰਜੀਨੀਅਰ ਬਣਾਉਂਦਾ, ਡਾਕਟਰ ਬਣਾਉਂਦਾ, ਰਾਗੀ ਸਿੰਘ ਨਹੀਂ ਬਣਾਉਂਦਾ। ਕਿਉਂ? ਉਹਨੂੰ ਪਤਾ ਕਿ ਗੁਰਦੁਆਰੇ ਦੇ ਹਾਲਾਤ ਕੀ ਨੇ, ਤੇ ਜਿਹੜੇ ਮਜਬੂਰੀ ਦੇ ਮਾਰੇ ਮਜਬੂਰੀ ਕਾਰਨ ਲੱਗੇ ਹੋਏ ਨੇ, ਉਹਨਾਂ ਦੀਆਂ ਇਹ ਮਜਬੂਰੀਆਂ ਦਾ ਫਾਇਦਾ ਚੱਕਦੇ। ਯਾਨੀ ਕਿ ਤੁਸੀਂ ਇੱਥੇ ਇਹ ਕਹਿ ਰਹੇ ਹੋ ਕਿ ਜਿੰਨੇ ਰਾਗੀ ਸਿੰਘ ਨੇ ਉਹ ਮਜਬੂਰੀ ਕਰਕੇ ਬਣੇ ਹੋਏ ਨੇ? ਬਿਲਕੁਲ। ਮੈਂ ਦੇਖੋ ਫਿਰ ਤੁਹਾਨੂੰ ਕਹਿਣ ਲੱਗਾ, ਕਿਸੇ ਵੀ ਤੁਸੀਂ ਕਿਸੇ ਨੂੰ ਪੁੱਛੋ, ਤੁਸੀਂ ਅੱਛੇ ਘਰਾਂ 'ਚ ਜਾਂਦੇ ਹੋਵੋਗੇ,
ਕਿਸੇ ਨੂੰ ਪੁੱਛ ਕੇ ਦੇਖਿਓ ਕਿ ਉਹਨਾਂ ਦਾ ਬੱਚਾ ਕੀਰਤਨੀਆ ਬਣਨਾ ਸ਼ੌਂਕੀਆ ਤੌਰ ਤੇ ਤਾਂ ਕੀਰਤਨ ਕਰਦਾ ਹੋਵੇਗਾ, ਪਰ ਡਿਊਟੀ ਨਹੀਂ ਕਦੇ ਕਰੇਗਾ। ਡਿਊਟੀ ਉਹੀ ਕਰਦਾ ਜਿਹੜਾ ਮਜਬੂਰ ਹੈ। ਪਰ ਸੰਗਤ ਤਾਂ ਬਹੁਤ ਸਨਮਾਨ ਦਿੰਦੀ ਹੈ, ਬਹੁਤ ਸਤਿਕਾਰ ਹੈ ਸੰਗਤ ਦੇ ਮਨਾਂ ਵਿੱਚ। ਬਿਲਕੁਲ ਸਹੀ ਕਹਿ ਰਹੇ ਹੋ, ਸੰਗਤ ਵੱਲੋਂ ਕੋਈ ਕਮੀ ਨਹੀਂ ਆ, ਕਿਉਂਕਿ ਸੰਗਤ ਨੂੰ ਇਹ ਜ਼ਿਆਦਾਤਰ ਪਤਾ ਵੀ ਨਹੀਂ ਆ ਕਿ ਜਿਹੜੀ ਅਸੀਂ ਉਹ ਕੀ ਕਰਦੇ, ਗੁਰੂ ਦੀ ਗੋਲਕ ਦੇ ਵਿੱਚ ਗੁਰੂ ਜਿਹੜੇ ਭੇਟਾ ਦੇਣੀ ਉਹ ਦਿੰਦੇ ਆ। ਕੀਰਤਨ ਭੇਟਾ ਜਿਹੜੀ ਕੀਰਤਨੀਆਂ ਸਿੰਘਾਂ ਨੂੰ ਦਿੱਤੀ ਜਾਂਦੀ ਹੈ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਇਹਨਾਂ ਦੇ ਵਿੱਚੋਂ ਅੱਧ ਜਿਹੜਾ ਕਮੇਟੀ ਨੇ ਲੈ ਜਾਣਾ। ਸੰਗਤ ਨੂੰ ਨਹੀਂ ਜ਼ਿਆਦਾਤਰ ਪਤਾ ਇਹ, ਇਸੇ ਕਰਕੇ ਹੁਣ ਅਸੀਂ ਮਤਲਬ ਇੰਟਰਨੈਸ਼ਨਲ ਲੈਵਲ ਤੇ ਇਹ ਆਵਾਜ਼ ਚੁੱਕੀ ਹੈ ਕਿ ਸੰਗਤ ਨੂੰ ਪਤਾ ਲੱਗ ਸਕੇ ਕਿ ਇਹ ਸਾਡੇ ਨਾਲ ਇਹਦਾ ਧੱਕਾ ਕਮੇਟੀਆਂ ਕਰ ਰਹੀਆਂ ਨੇ ਤੇ ਇਹ ਹੋ ਰਿਹਾ। ਤੋ ਭਾਈ ਮਨਜੀਤ ਸਿੰਘ ਵੀ ਸਾਡੇ ਨਾਲ ਹੈਗੇ ਨੇ। ਸੋ ਭਾਈ ਸਾਹਿਬ, ਜਿਵੇਂ ਭਾਈ ਸਰਬਜੀਤ ਸਿੰਘ ਹੋਣਾ ਨੇ ਕਿਹਾ ਕਿ ਸੰਗਤ ਨੂੰ ਪਤਾ ਹੀ ਨਹੀਂ ਹੁੰਦਾ, ਤੇ ਸੰਗਤ ਨੂੰ ਨਾਲ ਜੋੜਨ ਲਈ ਵੀ ਤੁਸੀਂ ਕੁਛ ਨਾ ਕੁਛ ਕਰ ਸਕਦੇ ਹੋ। ਇਹ ਭਾਈ ਸਾਹਿਬ ਨੇ ਜਿਵੇਂ ਕਿਹਾ ਵੀ ਸੰਗਤ ਨੂੰ ਪਤਾ ਨਹੀਂ ਹੁੰਦਾ, ਵਾਕਿਆ ਹੀ ਸਹੀ ਗੱਲ ਹੈ। ਅਸੀਂ ਕਈਆਂ ਨੂੰ ਕਹਿੰਦੇ ਹਨ ਵੀ ਸਾਡੇ ਕੋਲ ਆਦਲ, ਉਹ ਹੈਰਾਨ ਹੋ ਕੇ ਕਹਿੰਦੇ ਹੈ ਇਹ ਪੈਸੇ ਤੁਹਾਡੇ ਕੋਲ ਲੈਂਦੇ ਨੇ। ਕਿਉਂਕਿ ਅਸੀਂ ਦੇਖਦੇ ਹਾਂ ਨਾ, ਜਦੋਂ ਕੀਰਤਨ ਸਮਾਗਮ ਹੁੰਦੇ ਨੇ, ਸੰਗਤ ਤਾਂ ਬਹੁਤ ਸ਼ਰਧਾ ਦੇ ਨਾਲ ਮਾਇਆ ਭੇਂਟ ਕਰਦੀ ਹੈ, ਤੇ ਉਹ ਵੀ ਬੜੇ ਹੈਰਾਨ ਹੁੰਦੇ ਵੀ ਹਾਏ ਇਸ ਤਰ੍ਹਾਂ ਵੀ ਹੁੰਦਾ। ਇਹ ਕਿਸੇ ਨੂੰ ਸੰਗਤ ਚੋਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਤੇ ਸੰਗਤ ਤੁਹਾਡੇ ਨਾਲ ਆ ਕੇ ਖੜ ਸਕਦੀ ਹੈ ਇਸ ਮੁੱਦੇ ਵਿੱਚ। ਬਿਲਕੁਲ ਬਿਲਕੁਲ, ਹੁਣ ਸਾਨੂੰ ਬੜਾ ਰਿਸਪੌਂਸ ਸਤਿਗੁਰ ਦੀ ਕਿਰਪਾ ਨਾਲ ਮਿਲ ਰਿਹਾ ਹੈ, ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋ ਵੀ ਇਹ ਬੇਨਤੀ ਪੱਤਰ ਲੈ ਕੇ ਗਏ ਆ, ਤੇ ਉਹ ਵੀ ਸਾਡੇ ਆਪਣੇ ਨੇ, ਔਰ ਉਹ ਵੀ ਸਾਡੀ ਜਿਹੜੀ ਮੰਗ ਹੈ ਜ਼ਰੂਰ ਮਨਜ਼ੂਰ ਹੋਏਗੀ। ਇਹ ਪਾਤਸ਼ਾਹ ਕਿਰਪਾ ਕਰਨਗੇ। ਬਾਕੀ ਇਹ ਮਸਲਾ ਬੜਾ ਹੈ ਤਾਂ ਪੇਚੀਦਾ ਜਿਹਾ ਹੀ ਆ, ਬਾਕੀ ਚਲੋ ਸਤਿਗੁਰ ਕਿਰਪਾ ਕਰਨਗੇ। ਬਿਲਕੁਲ ਬਿਲਕੁਲ, ਕਿਉਂਕਿ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਮਸਲਾ ਪੈਸੇ ਦਾ ਹੈ। ਸੋ ਭਾਈ ਸਾਹਿਬ, ਆਖਰੀ ਸਵਾਲ ਹੀ ਮੈਂ ਤੁਹਾਡੇ ਤੋਂ ਕਰਾਂਗੀ ਇੱਕ ਦੋ, ਕਿ ਜਿਵੇਂ ਹੁਣ ਤੁਸੀਂ 4 ਮਈ ਨੂੰ ਇੱਥੇ ਇਕੱਠ ਕੀਤਾ ਸੀ, ਫਿਰ ਤੁਸੀਂ 5 ਮਈ ਨੂੰ ਸਿੰਘ ਸਾਹਿਬ ਕੋਲ ਗਏ ਹੋ, ਪਰ ਇੰਨੀ ਵੱਡੀ ਆਵਾਜ਼ ਬਣੀ ਨਹੀਂ ਹੈ ਇਹ ਕਿ ਹਰ ਕਿਸੇ ਤੱਕ ਗੱਲ ਪਹੁੰਚ ਜਾਵੇ। ਮੈਨੂੰ ਲੱਗਦਾ ਹਰ ਕਿਸੇ ਕੀਰਤਨੀਏ ਤੱਕ ਵੀ ਨਹੀਂ ਪਹੁੰਚੀ ਕਿ ਤੁਸੀਂ ਇਹ ਮੁੱਦਾ ਚੁੱਕਿਆ ਹੈ। ਇਹਦਾ ਕੀ ਕਾਰਨ? ਨਹੀਂ, ਕੀਰਤਨੀਆਂ ਤੱਕ ਤਾਂ ਗਈ ਆ ਪਹੁੰਚ। ਮੇਰੇ ਕੋਲੇ ਬਹੁਤ ਸਾਰੀਆਂ ਫੋਨ ਕਾਲ ਰਾਗੀ ਸਿੰਘਾਂ ਦੀਆਂ ਹੈਗੀਆਂ ਨੇ ਰਿਕਾਰਡ ਵਿੱਚ, ਪਰ ਉਹ ਸਾਰੇ ਹੱਥ ਜੋੜ ਕੇ ਇੰਝ ਹੀ ਕਹਿੰਦੇ ਸਾਡੇ ਥਾਂ 'ਤੇ ਤੁਸੀਂ ਆਵਾਜ਼ ਚੁੱਕੀ ਹੈ, ਤੁਹਾਡਾ ਬਹੁਤ ਧੰਨਵਾਦ। ਤੇ ਮੈਂ ਜੇ ਕਹਿਣਾ ਕਿ ਤੁਸੀਂ ਵੀ ਯਾਰ ਮਾੜਾ ਮੋਟਾ ਸਪੋਰਟ ਕਰੋ, ਉਹ ਕਹਿੰਦੇ ਭਾਈ ਸਾਹਿਬ ਜੇ ਅਸੀਂ ਸਪੋਰਟ ਕੀਤੀ ਤੇ ਸਾਡਾ ਰਾਤੋਂ ਰਾਤ ਬਿਸਤਰਾ ਗੋਲ ਹੋ ਜਾਣਾ, ਤੇ ਫਿਰ ਅਸੀਂ ਕਿੱਥੇ ਜਾਵਾਂਗੇ। ਤਰਾਸਦੀ ਇੱਕ ਇਹ ਵੀ ਹੈਗੀ ਆ, ਇਹ 'ਚ ਕੋਈ ਦੋ ਰਾਇਆ ਨਹੀਂ ਕਿ ਇੱਕ ਜਾਣ ਵਾਸਤੇ ਤਿਆਰ ਖੜਾ ਹੋਊਗਾ ਤਾਂ 2 ਆਉਣ ਵਾਸਤੇ ਵੀ ਖੜੇ ਹੋਣਗੇ। ਕਿਉਂ? ਕਿਉਂਕਿ ਬੇਰੁਜ਼ਗਾਰੀ ਵੀ ਇੰਨੀ ਜ਼ਿਆਦਾ ਹੈਗੀ ਆ, ਅੰਤ ਕੋਈ ਨਹੀਂ ਆ। ਸਭ ਨੇ ਘਰ ਚਲਾਉਣੇ ਨੇ, ਇੱਥੇ ਇਹੀ ਗੱਲ ਕਰ ਰਹੇ ਕਿ ਜਿਨ੍ਹਾਂ ਨੇ ਘਰ ਚਲਾਉਣੇ ਆ ਉਹ ਤਾਂ ਮਜਬੂਰੀ ਵਸ ਲੱਗੇ ਨੇ। ਤੁਸੀਂ ਯਾਰ ਥੋੜ੍ਹਾ ਜਿਹਾ ਉਹਨਾਂ ਵਾਸਤੇ ਅਗਰ ਆਪਣਾ ਇਹ ਪਹਿਲ ਕਦਮੀ ਕਰਦਿਆਂ ਹੋਇਆਂ ਜੋ ਉਹਨਾਂ ਦਾ ਬਣਦਾ ਹੱਕ ਹੈ ਤੁਸੀਂ ਉਹਨਾਂ ਨੂੰ ਦੇ ਦਿਓ। ਸਾਡੀ ਅਪੀਲ ਵੀ ਤੇ ਇਹੋ ਹੀ ਹੈ। ਜੇ ਤੁਸੀਂ ਤਾਂ ਪੁਖਤਾ ਪ੍ਰਮਾਣ ਲੈਣਾ, ਉਹ ਲੜਕਾ ਮੇਰੇ ਕੋਲ ਆਇਆ ਯੂਪੀ ਤੋਂ, ਉਹ ਸਾਡੀ ਆਵਾਜ਼ ਉਹਨੇ ਸੁਣ ਲਈ ਟੀਵੀ ਰਾਹੀਂ, ਤਾਂ ਉਹਦੀ ਜ਼ਰੂਰਤ ਸੀ ਕਿ ਉਹਦਾ ਘਰ ਬਣਦਾ ਸੀ। ਉਹਨੇ ਆਪ ਤਾਂ ਗੋਰਖਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਪ੍ਰਬੰਧਕਾਂ ਨੂੰ ਕਿਹਾ ਕਿ ਮੇਰਾ ਘਰ ਬਣਦਾ ਤੇ ਮੈਨੂੰ ਤੁਸੀਂ 50,000 ਦੀ ਹੈਲਪ ਦੇ ਦਿਓ, ਭਾਵੇਂ ਮੇਰੀ ਤਨਖਾਹ 'ਚੋਂ ਕੱਟ ਲੈਣਾ, ਮੈਨੂੰ ਐਡਵਾਂਸ ਦੇ ਦਿਓ, ਭਾਵੇਂ ਕੱਟ ਲੈਣਾ। ਉਹਦਾ 24 ਘੰਟਿਆਂ 'ਚ ਬਿਸਤਰਾ ਗੋਲ ਕਰਤਾ ਅਗਲਿਆਂ ਨੇ। ਇਹ ਉੱਥੇ ਡਿਊਟੀ ਕਰਦੇ ਕੀਰਤਨ? ਤੁਸੀਂ ਗੱਲ ਕਰਕੇ ਦੇਖ ਲਓ ਉਹਦੇ ਨਾਲ, ਕਿਉਂਕਿ ਇਹਨੇ ਆਵਾਜ਼ ਇਹਨੇ ਫਿਰ ਉੱਥੇ ਸੰਗਤ ਵਿੱਚ ਬੋਲਤਾ ਕਿ ਤੁਸੀਂ ਸਾਡੇ ਕੋਲ ਅੱਧ ਵੀ ਲੈਂਦੇ ਹੋ ਤੇ ਸਾਡੇ ਘਰ ਨਹੀਂ ਚੱਲਦੇ, ਸੰਗਤ ਜੀ ਤੁਸੀਂ ਕੋਈ ਮਦਦ ਕਰ ਦਿਓ, ਕਿਤੇ ਤੁਸੀਂ ਸਾਡੇ ਤੋਂ ਬਾਹਰ ਜਾ ਕੇ ਵੀ ਮੰਗ ਸਕਦੇ ਆ। ਇਦਾਂ ਦੀਆਂ ਗੱਲਾਂ ਹੋਈਆਂ। ਬਾਕੀ ਗੱਲ ਤੁਹਾਨੂੰ ਸਾਰੀ ਆਪ ਦੱਸਾਂ। ਬਿਲਕੁਲ, ਮੈਂ ਉਹਨਾਂ ਨਾਲ ਵੀ ਗੱਲ ਕਰਦੀ ਹਾਂ। ਤੁਸੀਂ ਜਿਵੇਂ ਕਹਿ ਰਹੇ ਹੋ ਕਿ ਭੇਟਾ ਚੋਂ ਅੱਧ ਨਹੀਂ ਲੈਣਾ ਚਾਹੀਦਾ, ਜੇ ਤੁਸੀਂ ਗੁਰਦੁਆਰਾ ਕਮੇਟੀਆਂ ਨੂੰ ਕੋਈ ਬਦਲ ਦੇਣਾ ਹੋਵੇ ਕਿ ਇਹਦਾ ਤੁਸੀਂ ਵਿਕਲਪ ਤੁਸੀਂ ਖੁਦ ਪੇਸ਼ਕਸ਼ ਕਰੋ ਕਿ ਇੰਨੀ ਭੇਟਾ ਦੇ ਵਿੱਚੋਂ ਇੰਨਾ ਅਸੀਂ ਖੁਦ ਦੇਵਾਂਗੇ। ਦੇਖੋ, ਬਦਲ ਤਾਂ ਦਈਏ ਜੇ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਉਹਨਾਂ ਦਾ ਕਿਸੇ ਦਾ ਬਣਦਾ ਹੋਵੇ। ਜਦ ਸ਼ੇਰ ਹੀ ਨਹੀਂ ਕੋਈ ਬਣਦਾ ਤੇ ਜਾਂ ਗੁਰਦੁਆਰਾ 'ਚ ਕੋਈ ਕਮੀ। ਵੇਖੋ, ਕਰੋੜਾਂ ਦੇ ਲੰਗਰ ਆਪਾਂ ਲਾ ਸਕਦੇ ਹਾਂ ਕਰੋਨਾ ਟਾਈਮ ਤੇ, ਦੂਜਿਆਂ ਨੂੰ ਖਵਾਇਆ, ਸਭ ਨੂੰ ਖਵਾਇਆ, ਤੇ ਜਿਹੜਾ ਅੱਜ ਆਪਣਾ ਗੁਰਸਿੱਖ ਭਾਈ ਆ ਉਹਨੂੰ ਜ਼ਰੂਰਤ ਆ ਤੇ ਫਿਰ ਆਪਾਂ ਉਹਦੇ ਨਾਲ ਕਿਉਂ ਨਹੀਂ ਖੜਦੇ। ਯਾਨੀ ਕਿ ਪ੍ਰਬੰਧਾਂ ਦੇ ਲਈ ਉਹਨਾਂ ਨੂੰ ਸੰਗਤ ਆਲਰੇਡੀ ਪੈਸਾ ਦਿੰਦੀ ਹੈ ਵੱਖਰੇ ਤੌਰ ਤੇ, ਤੁਹਾਡਾ ਨਹੀਂ। ਜਿੰਨੇ ਪ੍ਰਬੰਧ ਵਾਸਤੇ ਦੇਣਾ ਉਹ ਅਲੱਗ ਤੋਂ ਰਸੀਦਾਂ ਕਟਾ ਰਹੇ ਨੇ, ਜਿਨ੍ਹਾਂ ਨੇ ਮੱਥਾ ਟੇਕਣਾ ਉਹ ਗੋਲਕ 'ਚ ਪਾ ਰਹੇ ਨੇ, ਉਹ ਜਿਨ੍ਹਾਂ ਨੇ ਰਾਗੀ ਸਿੰਘ ਨੂੰ ਦੇਣਾ ਉਹ ਤਾਂ ਸਿੱਧਾ ਰਾਗੀ ਸਿੰਘ ਨੂੰ ਦਿੱਤਾ। ਉਹਦੇ ਵਿੱਚ ਡੱਕ ਨਾ ਮਾਰੋ, ਮੈਂ ਤਾਂ ਇਹ ਕਹਿ ਰਿਹਾ ਵਾਂ। ਇਹ ਆਵਾਜ਼ ਹੈ ਜਿਹੜੀ ਇਹਦੇ ਵਿੱਚ ਤੁਸੀਂ ਜਿਹੜੇ ਕਥਾਵਾਚਕ ਨੇ ਜਾਂ ਫਿਰ ਢਾਡੀ ਸਿੰਘ ਨੇ ਉਹਨਾਂ ਨਾਲ ਨਹੀਂ ਤੁਸੀਂ ਗੱਲ ਕੀਤੀ ਕਿ ਸਾਰੇ ਇਕੱਠੇ ਹੋ ਕੇ ਆਵਾਜ਼ ਚੁੱਕਣ? ਵੇਖੋ ਵੀ ਭੈਣ ਜੀ, ਗੱਲ ਇਹ ਆ ਵੀ ਅਸੀਂ ਇੰਜ ਨਹੀਂ ਅਜੇ ਤੱਕ ਕੀਤਾ ਕਿ ਅਸੀਂ ਕੁਝ ਖਲਾਰਾ ਜਾਂ ਪਾਉਣ ਦੀ ਗੱਲ ਕਰੀਏ। ਅਸੀਂ ਫਿਲਹਾਲ ਆਪਣੇ ਤੌਰ ਤੇ, ਜਿਵੇਂ ਢਾਡੀ ਸਿੰਘ ਵੀ ਆਪਣੀ ਮੰਗ ਕੋਈ ਹੁੰਦੀ ਆ ਤਾਂ ਢਾਡੀ ਸਿੰਘ ਵੀ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਤੇ ਆਪਦਾ ਮੋਰਚਾ ਲਾ ਲੈਂਦੇ ਨੇ।
ਜੇ ਪਾਠੀ ਸਿੰਘਾਂ ਨੂੰ ਹੁੰਦੀ ਉਹ ਵੀ ਆਪਣੀ ਗੱਲ ਰੱਖ ਲੈਂਦੇ ਨੇ। ਇੱਥੇ ਅਸੀਂ ਕੋਈ ਖਲਾ ਨਹੀਂ ਪੈਦਾ ਕਰਨਾ ਚਾਹੁੰਦੇ, ਅਸੀਂ ਬਾਲਾ ਕੱਟ ਕਰਕੇ ਤੇ ਦਿਖਾਉਂਦੇ ਨਹੀਂ ਪਏ ਕਿਸੇ ਨੂੰ ਅਜੇ ਤੱਕ। ਰੀਜ਼ਨ ਕੀ ਆ, ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਖਲਾਰਾ ਪਾਈਏ। ਹਾਂ, ਜੋ ਕੋਈ ਸਾਨੂੰ ਇਦਾਂ ਵੀ ਕਹਿ ਦੇਵੇ ਨਾ ਕਿ ਜੇ ਰਾਗੀ ਸਿੰਘ ਤੁਹਾਡੇ ਕਮ ਸੇ ਕਮ ਇੰਨੇ ਹਜ਼ਾਰ ਬੰਦਾ ਤੇ ਫਿਰ ਤੁਹਾਡੀ ਮੰਗ ਮੰਨੀ ਜਾਊਗੀ, ਤਾਂ ਫਿਰ ਅਸੀਂ ਇਸ ਬੰਨੇ ਤੁਰਾਂਗੇ। ਕਿਉਂਕਿ ਏਕਤਾ ਵੀ ਇੱਕ ਪੋਜ਼ਿਟਿਵ ਵਰਡ ਹੈ। ਮੇਰੀ ਗੱਲ ਸਮਝਣਾ, ਜੇ ਤਾਂ ਸਾਨੂੰ ਕੋਈ ਕਹੇ ਕਿ ਇੰਨਾ ਬੰਦਾ ਤੁਹਾਡਾ ਇਕੱਠਾ ਹੋਣਾ ਚਾਹੀਦਾ, ਫਿਰ ਤੁਹਾਡੀ ਮੰਗ ਮੰਨੀ ਜਾਊਗੀ, ਫਿਰ ਤਾਂ ਅਸੀਂ ਕਰ ਵੀ ਲਈਏ। ਹੁਣ ਅਸੀਂ ਦੂਜਿਆਂ ਰਾਗੀ ਸਿੰਘਾਂ ਦੀਆਂ ਡਿਊਟੀਆਂ ਕਿਵੇਂ ਛੁਡਾ ਦਈਏ? ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਤੁਹਾਨੂੰ ਆਸ ਹੈ ਕਿ ਉੱਥੋਂ ਕੋਈ ਆਦੇਸ਼ ਹੋ ਸਕਦਾ ਤੁਹਾਡੀ ਮੰਗ? ਵੇਖੋ ਜੀ, ਹਰ ਸਿੱਖ ਨੂੰ ਅਕਾਲ ਤਖਤ ਸਾਹਿਬ ਤੋਂ ਆਸਵੰਦ ਰਹਿਣਾ ਚਾਹੀਦਾ। ਸਾਨੂੰ ਆਸ ਹੈਗੀ ਆ, ਕਿਉਂਕਿ ਸਾਡਾ ਇਹ ਮੰਗਾ ਹੀ ਨਹੀਂ ਆ, ਸਾਡਾ ਇਹ ਹੱਕ ਆ। ਅਸੀਂ ਕਿਸੇ ਨੂੰ ਭੇਟਾ ਵਧਾਉਣ ਵਾਸਤੇ ਕੋਈ ਅਪੀਲ ਥੋੜੀ ਕਰ ਰਹੇ ਹਾਂ। ਅਸੀਂ ਕਿਸੇ ਨੂੰ ਕੋਈ ਟਾਰਗੇਟ ਕਰਕੇ ਨਹੀਂ ਕਰ ਰਹੇ ਹਾਂ। ਅਸੀਂ ਤਾਂ ਸਮੁੱਚੇ ਤੌਰ ਤੇ ਬੇਨਤੀ ਕਰ ਰਹੇ ਹਾਂ ਕਿ ਇੱਥੇ ਕਿ ਇਹ ਗਲਤੀ ਹੋ ਰਹੀ ਆ ਔਰ ਇਹ ਨਜਾਇਜ਼ ਹੋ ਰਹੀ ਆ, ਤੇ ਇਹਨੂੰ ਕਿਸੇ ਵੀ ਤਰੀਕੇ ਨਾਲ ਦਰੁਸਤ ਕੀਤਾ ਜਾਵੇ। ਅਸੀਂ ਬੇਨਤੀਆਂ ਕਰ ਰਹੇ ਹਾਂ। ਜਿਹੜੇ ਇਤਿਹਾਸਿਕ ਗੁਰਦੁਆਰੇ ਨੇ, ਵੱਡੇ ਗੁਰਦੁਆਰੇ ਨੇ, ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਉੱਥੇ ਇਸ ਤਰ੍ਹਾਂ ਭੇਟਾ ਨਹੀਂ ਚੜ੍ਹਦੀ ਹੈਗੀ। ਉੱਥੇ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ ਇਤਿਹਾਸਿਕ ਗੁਰਦੁਆਰਿਆਂ 'ਚ? ਬਿਲਕੁਲ ਜੀ, ਸਾਰੇ ਹੀ ਇਤਿਹਾਸਕ ਗੁਰਦੁਆਰਿਆਂ 'ਚ ਇਹੋ ਹੀ ਹਾਲਾਤ ਨੇ। ਸਮੁੱਚੀਆਂ ਕਮੇਟੀਆਂ ਵਿੱਚ ਵੀ ਇਹੋ ਹਾਲਾਤ ਨੇ, ਚਾਹੇ ਸ਼੍ਰੋਮਣੀ ਕਮੇਟੀ ਹੈ, ਚਾਹੇ ਦਿੱਲੀ ਕਮੇਟੀ ਹੈ, ਚਾਹੇ ਹਜ਼ੂਰ ਸਾਹਿਬ ਕਮੇਟੀ ਹੈ। ਸਭ ਬੰਨੇ ਜਿੰਨੀਆਂ ਵੱਡੀਆਂ ਕਮੇਟੀਆਂ ਨਾ, ਸਗੋਂ ਉੱਥੇ ਜ਼ਿਆਦਾ ਸਖਤੀ ਨਾਲ ਟਾਰਗੇਟ ਕਰਕੇ ਇਹ ਕੰਮ ਕੀਤਾ ਜਾ ਰਿਹਾ ਵਾ। ਹਾਂਜੀ। ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਹੁਣਾਂ ਦੇ ਨਾਲ ਤੁਸੀਂ ਨਿੱਜੀ ਤੌਰ ਤੇ ਕੋਈ ਗੱਲਬਾਤ ਕੀਤੀ? ਉਹ ਸਹਿਮਤ ਨੇ ਇਸ ਮੰਗ ਨਾਲ? ਵੇਖੋ, ਬੇਨਤੀ ਆ, ਲਿਖਤੀ ਰੂਪ ਵਿੱਚ ਉਹਨਾਂ ਨੂੰ ਵੀ ਗਿਆਨ ਨੂੰ ਕਾਫੀ ਸਮੇਂ ਤੋਂ ਚਿੱਠੀਆਂ ਜਾ ਰਹੀਆਂ ਨੇ, ਇਹ 'ਚ ਕੋਈ ਦੋ ਰਾਇ ਨਹੀਂ ਆ। ਸਾਡੇ ਦਰਬਾਰ ਸਾਹਿਬ ਦੇ ਜਥਿਆਂ ਨੇ ਵੀ ਚਿੱਠੀਆਂ ਦਿੱਤੀਆਂ। ਇੱਥੇ ਇਸ ਵੇਲੇ ਸਮੁੱਚੇ ਇੰਡੀਆ, ਆਲ ਵਰਲਡ ਦੀ ਗੱਲ ਹੋ ਰਹੀ ਹੈ, ਇੱਕ ਛੋਟੇ ਖਿੱਤੇ ਦੀ ਗੱਲ ਨਹੀਂ ਹੋ ਰਹੀ। ਅਸੀਂ ਪਿੰਡੂ ਕਸਬਿਆਂ ਤੱਕ ਜਿੰਨੇ ਰਾਗੀ ਸਿੰਘ ਲੱਗੇ ਉਹਨਾਂ ਦਾ ਵੀ ਦਰਦ ਨਾਲ ਉਠਾ ਰਹੇ ਹਾਂ ਕਿ ਯਾਰ ਸਭ ਦੀ ਪ੍ਰੋਬਲਮ ਆ। ਦਿੱਤੀਆਂ ਹੋਈਆਂ ਚਿੱਠੀਆਂ, ਔਰ ਮੈਨੂੰ ਪੂਰਨ ਆਸ ਹੈ ਕਿ ਜ਼ਰੂਰ ਇੱਥੇ ਵਿਚਾਰ ਹੋਊਗਾ। ਵੀਰ ਜੀ, ਤੁਸੀਂ ਪਲੀਜ਼ ਇੱਧਰ ਆ ਜਾਓ, ਅਸੀਂ ਤੁਹਾਡੇ ਨਾਲ ਵੀ ਜ਼ਰੂਰ ਗੱਲ ਕਰਾਂਗੇ। ਕੀ ਨਾਮ ਹੈ ਤੁਹਾਡਾ? ਮੇਰਾ ਰਵੀਕਾਂਤ ਸਿੰਘ ਜੀ। ਤੁਸੀਂ ਇੱਥੇ ਕਦੋਂ ਆਏ ਹੋ? ਕੀ ਸਮੱਸਿਆ ਹੈ ਤੁਹਾਡੀ? ਮੈਂ ਜੀ ਗੋਰਖਪੁਰ ਡਿਊਟੀ ਕਰ ਰਿਹਾ ਸੀ, ਜਟਾ ਸ਼ੰਕਰ। ਮੈਂ ਸਾਈਡ ਤੇ ਡਿਊਟੀ ਕਰ ਰਿਹਾ ਸੀ। ਮਨਪ੍ਰੀਤ ਸਿੰਘ ਜੀ ਹਰਿਦੁਆਰ ਤੋਂ ਨੇ ਉਹ। ਹਾਂਜੀ, ਮੈਂ ਭਾਈ ਸਾਹਿਬ ਨੂੰ ਕਿਹਾ ਸੀ ਕਿ ਤੇ ਬਸ ਸਥਾਨਕ ਗੁਰਦੁਆਰੇ, ਲੋਕਲ ਗੁਰਦੁਆਰੇ 'ਚ? ਨਹੀਂ, ਇਤਿਹਾਸਿਕ ਸਥਾਨ ਹੈ। ਹਾਂਜੀ, ਤੇ ਭਾਈ ਸਾਹਿਬ ਨੂੰ ਮੈਂ ਬੇਨਤੀ ਕੀਤੀ, ਮੈਂ ਭਾਈ ਸਾਹਿਬ ਤੁਸੀਂ ਮੈਨੇਜਰ ਸਾਹਿਬ ਨੂੰ ਕਹਿ ਦਿਓ। ਉਹ ਮੈਨੇਜਰ ਸਾਹਿਬ ਦਾ ਨਾਮ ਰਜਿੰਦਰ ਸਿੰਘ ਹੈ ਜੀ, ਹਿਮਾਚਲ ਦੇ ਰਹਿਣ ਵਾਲੇ ਨੇ ਉਹ। ਤੇ ਮੈਂ ਕਿਹਾ ਭਾਈ ਸਾਹਿਬ ਇੱਦਾਂ ਬੇਨਤੀ ਹੈ, ਮੇਰੇ ਘਰ ਬਣਨਾ ਹੈ ਤੇ ਤੁਸੀਂ ਮੈਨੂੰ ਮਾਇਆ ਐਡਵਾਂਸ ਦਿਵਾ ਦਿਓ। ਹਾਂਜੀ, ਤੇ ਉਹਨਾਂ ਨੇ ਕਿਹਾ ਮੈਨੇਜਰ ਨੂੰ ਬੋਲ ਦਿਓ ਜਾ ਕੇ। ਮੈਂ ਉਹਨਾਂ ਕੋਲ ਗਿਆ, ਮੈਨੇਜਰ ਕੋਲ। ਮੈਂ ਅੰਕਲ ਜੀ ਇੱਦਾਂ ਦਾ ਪ੍ਰੋਬਲਮ ਹੈ, ਮੇਰੇ ਘਰ 'ਚ ਘਰ ਬਣਾ ਰਹੇ ਹਾਂ ਅਸੀਂ, ਕਿ ਮੈਨੂੰ ਮਾਇਆ ਦੀ ਲੋੜ ਹੈ, ਐਡਵਾਂਸ ਮੈਨੂੰ ਦੇ ਦਿਓ ਤੁਸੀਂ। ਜਿਹੜਾ ਤੁਸੀਂ ਲਿਖਾਣਾ ਮੇਰੇ ਤੋਂ, ਪ੍ਰੂਫ ਲੈਣਾ, ਉਹ ਲੈ ਲਿਓ ਮੇਰੇ ਤੋਂ। ਕਿੰਨੀ ਤਨਖਾਹ ਸੀ ਤੁਹਾਡੀ? 8000 ਦਿੰਦੇ ਸੀ। ਠੀਕ ਹੈ। ਹਾਂਜੀ, ਤੇ ਭੇਟਾ ਤੋਂ ਵੀ ਵੱਧ ਲੈਂਦੇ ਸੀ ਉਹ। ਤੇ ਉਹਨਾਂ ਨੇ ਕਿਹਾ ਨਹੀਂ, ਅਸੀਂ ਨਹੀਂ ਦੇ ਸਕਦੇ। ਤੇ ਕਹਿੰਦੇ ਕਿ ਗੁਰਦੁਆਰੇ ਦਾ ਕੰਮ ਹੁੰਦਾ, ਜੇ ਉਹਦੇ ਲਈ ਅਸੀਂ ਅਪੀਲ ਕਰ ਦਿੰਦੇ ਆ, ਤੁਹਾਡੇ ਬਾਰੇ ਨਹੀਂ ਅਪੀਲ ਕਰ ਸਕਦੇ, ਤੁਹਾਨੂੰ ਤਨਖਾਹ ਮਿਲਦੀ ਹੈ ਇੱਥੇ 8000। ਮੈਂ ਠੀਕ ਹੈ ਜੀ, 8000 ਤੁਸੀਂ ਤਨਖਾਹ ਦੇ ਰਹੇ ਹੋ। ਤੁਸੀਂ ਅਪੋਜ਼ ਕੀਤਾ, ਉਹਨਾਂ ਦੇ ਫੈਸਲੇ ਦਾ ਵਿਰੋਧ ਕੀਤਾ? ਉਹਨਾਂ ਨੇ ਜੋ ਕਿਹਾ ਉਸ ਤੋਂ ਬਾਅਦ ਮੈਂ ਫਿਰ ਪ੍ਰਧਾਨ ਸਾਹਿਬ ਨੂੰ ਬੋਲਿਆ, ਹਾਂਜੀ, ਕਿ ਇੱਦਾਂ ਦਾ ਪ੍ਰੋਬਲਮ ਹੈ, ਮੇਰੇ ਘਰ ਬਣਾ ਰਿਹਾ ਸੀ। ਉਹਨਾਂ ਨੇ ਪੁੱਛਿਆ ਕਿੰਨਾ ਚਾਹੀਦਾ ਐਡਵਾਂਸ। ਮੈਂ ਕਿਹਾ 50000 ਮੈਨੂੰ ਦੇ ਦਿਓ ਤੁਸੀਂ ਐਡਵਾਂਸ, ਜਿਹੜਾ ਤੁਸੀਂ ਪ੍ਰੂਫ ਲੈਣਾ ਮੇਰੇ ਤੋਂ ਲਿਖਾਣਾ ਲਿਖਾ ਲਿਓ। ਤੇ ਉਹਨਾਂ ਨੇ ਕਿਹਾ ਮੀਟਿੰਗ ਕਰਕੇ ਦੱਸਾਂਗਾ। ਮੈਂ ਠੀਕ ਹੈ ਜੀ, ਮੀਟਿੰਗ ਕਰਕੇ ਦੱਸੋ। ਉਹਨਾਂ ਨੇ ਮਨਾ ਕਰ ਦਿੱਤਾ। ਤੇ ਜਦੋਂ ਮੈਨੇਜਰ ਸਾਹਿਬ ਨੂੰ ਪਤਾ ਲੱਗਿਆ, ਤੇ ਉਹਨਾਂ ਨੇ ਭਾਈ ਸਾਹਿਬ ਨੂੰ ਕਿਹਾ, ਮਨਪ੍ਰੀਤ ਸਿੰਘ ਜੀ ਨੂੰ, ਉਹਨਾਂ ਨੇ ਮੇਰੀ ਛੁੱਟੀ ਕਰ ਦਿੱਤੀ। ਫਿਰ ਉਸ ਤੋਂ ਬਾਅਦ ਮੈਂ ਸੰਗਤ ਨੂੰ ਬੋਲਿਆ ਕਿ ਅੱਧ ਲੈਂਦੇ ਨੇ ਇੱਥੇ। ਜਦੋਂ ਭਾਈ ਸਾਹਿਬ ਸਵੇਰੇ ਅਰਦਾਸ ਕਰਦੇ ਨੇ, ਗਿਰੰਤੀ ਸਿੰਘ ਜੀ, ਜਿਹੜੀ ਅਰਦਾਸ ਆਉਂਦੀ ਹੈ ਉਹ 'ਚੋਂ ਵੀ ਜਿਹੜੀ ਅਰਦਾਸ ਆਉਂਦੀ ਉਹਦੀ ਸਾਰੀ ਪਰਚੀ ਕੱਟੀ ਜਾਂਦੀ ਹੈ। ਹਾਂਜੀ। ਤੇ ਉਹ ਤੁਸੀਂ ਸੰਗਤ ਨੂੰ ਕਿੱਦਾਂ ਕਿਹਾ? ਮਤਲਬ ਗੁਰਦੁਆਰੇ ਵਿੱਚ ਆਈ ਸੰਗਤ ਨੂੰ? ਗੁਰਦੁਆਰੇ ਜਿੱਦਾਂ ਦੀਵਾਨ ਲੱਗਦਾ ਨਾ ਸਵੇਰੇ, ਮੈਂ ਮਾਈਕ 'ਚ ਬੋਲਿਆ ਉਹਨਾਂ ਨੂੰ। ਹਾਂਜੀ, ਤੇ ਫਿਰ ਮਾਈਕ 'ਚ ਬੋਲਿਆ ਮੈਂ, ਅਖੰਡ ਪਾਠ ਦੀ ਭੇਟਾ 6100 ਤੇ 5100 ਲੈਂਦੇ ਨੇ ਉਹ। ਹਾਂਜੀ, ਤੇ ਉਹ ਸਾਨੂੰ 4 ਡਿਊਟੀਆਂ ਦੇ 500 ਰੁਪਏ ਦਿੰਦੇ ਉਹ। ਹਾਂਜੀ, ਹੁਣ ਤੁਸੀਂ ਇਸ ਗੱਲ ਦੇ ਸਮਰਥਨ ਦੇ ਵਿੱਚ ਆਏ ਹੋ ਇੱਥੇ, ਤੇ ਭਾਈ ਸਾਹਿਬ ਇਹਨਾਂ ਨੂੰ ਇਹਨਾਂ ਦਾ ਜਿਹੜਾ ਘਰ ਬਣਦਾ ਨਾ, ਇਹਨਾਂ ਨੇ ਜੋ ਸਾਨੂੰ ਮੁਸ਼ਕਲਾਂ ਦੱਸੀਆਂ ਨੇ, ਅਸੀਂ ਉਹ ਚੈੱਕ ਕੀਤੀਆਂ ਨੇ। ਇੱਕ ਤਾਂ ਵਾਕਿਆ ਇਹਨਾਂ ਦਾ ਘਰ ਬਣਦਾ ਜੀ, ਦੂਜਾ ਇਹ ਸਾਰੇ ਘਰ ਵਿੱਚੋਂ 2 ਹੀ ਬੱਚੇ ਜਿਹੜੇ ਉਹ ਗੁਰਸਿੱਖ ਆ। ਸਾਰੇ ਪਿੰਡ ਵਿੱਚੋਂ ਹੀ ਦੋ ਬੱਚੇ ਜਿਹੜੇ ਕੀਰਤਨ ਲਾਈਨ 'ਚ ਆ, ਤੇ ਨਜੀਬਾਬਾਦ ਲਾਗੇ ਇਹਨਾਂ ਦਾ ਪਿੰਡ ਆ। ਤਾਂ ਅਸੀਂ ਸਾਰੇ ਸਿੰਘ ਰਲ ਕੇ ਇਹਨਾਂ ਨੂੰ 51,000 ਦੀ ਮਦਦ ਦੇਣ ਦਾ ਇੱਥੇ ਫੈਸਲਾ ਲਿਆ ਵਾ। ਸਾਰੇ ਸਿੰਘਾਂ ਨੂੰ ਔਰ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਕਰਕੇ ਸਾਰਿਆਂ ਨੇ ਥੋੜ੍ਹੀ ਸੇਵਾ ਪਾ ਕੇ ਇਹਨੂੰ ਜੋ 51,000 ਰੁਪਈਆ ਇੱਥੋਂ ਅਸੀਂ ਇਹਦੇ ਲਈ ਭੇਜਾਂਗੇ। ਜਿਹੜੀ ਇਹਨਾਂ ਦਾ ਰੁਜ਼ਗਾਰ ਚਲਾ ਗਿਆ, ਉਹਦਾ ਕੋਈ ਹੱਲ ਵਾਸਤੇ ਅਸੀਂ
ਪ੍ਰਬੰਧ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਜਿੱਥੇ ਸਾਡੇ ਸਹਿਯੋਗ ਵਿੱਚ ਆਈਆਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਡਿਊਟੀ ਦੇਣ ਤੇ ਇਹਨਾਂ ਦਾ ਆਪਾਂ ਆਰਥਿਕ ਤੌਰ ਤੇ ਮਦਦ ਕਰੀਏ। ਮੈਂ ਯਾਨੀ ਕਿ ਜਿਹੜੀ ਤੁਸੀਂ ਮੰਗ ਚੁੱਕੀ ਹੈ ਉਸ ਤੋਂ ਬਾਅਦ ਜੇ ਗੁਰਦੁਆਰਿਆਂ ਦੇ ਵਿੱਚ ਇਹੋ ਜੀ ਮੰਗ ਉੱਠੇਗੀ ਤਾਂ ਉਹਨਾਂ ਦੇ ਨਾਲ ਇਹਨਾਂ ਵਰਗਾ ਸਲੂਕ ਕਰ ਸਕਦੇ ਆ ਪ੍ਰਬੰਧਕ ਕਮੇਟੀ। ਕਰਨੀ ਉਹਨਾਂ ਨੇ ਕਰਨਾ ਹੀ ਕਰਨਾ ਜੀ। ਇਸੇ ਹੀ ਕਰਕੇ ਤੇ ਰਾਗੀ ਜਿੱਥੇ ਬੋਲ ਰਹੇ ਨੇ, ਤੁਹਾਡਾ ਸਵਾਲ ਸੀ ਨਾ ਕਿ ਸਾਰੇ ਬੋਲ ਰਹੇ ਆ, ਉਹ ਨਹੀਂ ਬੋਲ ਸਕਣਗੇ। ਇਹੀ ਤਰਾਸਦੀ ਤਾਂ ਹੀ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਵੀ ਇੱਥੇ ਕੰਮ ਖੜ ਗਿਆ। ਦੁਬਾਰਾ ਜਥੇਦਾਰ ਸਾਹਿਬ ਨਾਲ ਕਦੋਂ ਸੰਪਰਕ ਕਰ ਰਹੇ ਹੋ? ਅਜੇ ਤੱਕ ਹੋਇਆ ਨਹੀਂ ਆ। ਜਦੋਂ ਸਾਨੂੰ ਉਹ ਬੁਲਾਣਗੇ ਤਾਂ ਅਸੀਂ ਉਦੋਂ ਜਾਵਾਂਗੇ, ਜ਼ਰੂਰ ਜਾਵਾਂਗੇ। ਹੁਣ ਉਸ ਦਿਨ ਉਹਨਾਂ ਨੇ ਚੰਗੇ ਤਰੀਕੇ ਨਾਲ ਗੱਲ ਸੁਣੀ, ਟਾਈਮ ਦਿੱਤਾ? ਹਾਂ, ਦੇਖੋ ਉਹਨਾਂ ਦੇ ਪੀਏ ਸਾਹਿਬ ਨੇ ਸਾਡੇ ਕੋਲ ਚਿੱਠੀ ਲਈ, ਸਰਦਾਰ ਜਸਪਾਲ ਸਿੰਘ ਜੀ ਉਹਨਾਂ ਨੇ। ਜਥੇਦਾਰ ਸਾਹਿਬ ਜੀ ਕਿਤੇ ਬਾਹਰ ਸੀਗੇ, ਇੱਥੇ ਹੈਗੇ ਨਹੀਂ ਸੀਗੇ। ਜਿਵੇਂ ਸਾਡੀ ਵਾਰੀ ਆਊਗੀ, ਲਾਈਨ 'ਚ ਲੱਗੇ ਹੋਏ ਆ ਤੇ ਉਦੋਂ ਫਿਰ ਅਸੀਂ ਜ਼ਰੂਰ ਉੱਥੇ ਜਾ ਕੇ ਆਪਣੀ ਗੱਲ ਰੱਖਾਂਗੇ ਜੀ। ਜੀ ਭਾਈ ਸਾਹਿਬ, ਸੋ ਇੱਕ ਮੈਂ ਜਾਂਦੇ ਇੱਕ ਹੋਰ ਸਵਾਲ ਵੀ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਵਿਸ਼ੇ ਤੋਂ ਹਟ ਕੇ ਹੈ, ਪਰ ਪੰਥ ਦੇ ਵਿੱਚ ਬੜੀ ਚਰਚਾ ਹੁੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਰਾਗੀ ਸਿੰਘ ਬੜੀ ਮਿਹਨਤ ਕਰਦੇ ਸੀ ਕਿ ਜਿਹੜੇ ਵੱਡੇ ਵੱਡੇ ਸੰਗੀਤ ਘਰਾਣੇ ਨੇ ਉਹ ਵੀ ਦਰਬਾਰ ਸਾਹਿਬ ਤੋਂ ਆ ਕੇ ਸਿੱਖਦੇ ਸੀ ਕਿ ਅਸੀਂ ਇਸ ਤਰ੍ਹਾਂ ਦੀਆਂ ਤਰਜ਼ਾਂ ਗਾਉਣੀਆਂ, ਪਰ ਅੱਜ ਰਾਗੀ ਸਿੰਘਾਂ ਤੇ ਉਲਟਾ ਇਲਜ਼ਾਮ ਲੱਗਦਾ। ਇਸ ਬਾਰੇ ਕੀ ਕਹੋ? ਇੱਥੇ ਵੀ ਪ੍ਰਬੰਧਕ ਕਮੇਟੀਆਂ ਨੂੰ ਜ਼ਿੰਮੇਵਾਰੀ ਸਾਂਭਣੀ ਚਾਹੀਦੀ ਹੈ। ਜਦੋਂ ਉਹ ਲਾਉਂਦੇ ਆ ਨਾ, ਜਿੱਥੇ ਦੀ ਨਿਯੁਕਤੀ ਕਰਦੇ ਆ, ਇਹ ਉਹਨਾਂ ਦਾ ਫਰੇਮ ਹੈ ਵੀ ਉਹ ਕਿਹੋ ਜਿਹੇ ਬੰਦੇ ਨੂੰ ਲਾਉਣਾ ਚਾਹੁੰਦੇ ਨੇ। ਜੇ ਉਹ ਬੰਦਾ ਠੀਕ ਕੀਰਤਨੀ ਨਹੀਂ ਹੈਗਾ ਤਾਂ ਉਹਨੂੰ ਟੈਸਟ 'ਚੋਂ ਪਾਸ ਕੌਣ ਕਰ ਦਿੰਦਾ? ਫਿਰ ਉਹਨਾਂ ਨੂੰ ਉਹ ਟੈਸਟ ਕੌਣ ਲੈਂਦਾ? ਰਾਗੀ ਤਾਂ ਲੈਂਦੇ ਨਹੀਂ ਆ। ਜੇ ਕੋਈ ਰਾਗੀ ਅਨਫਿਟ ਹੈ ਨਾ, ਜਿਹਨੂੰ ਬਾਅਦ 'ਚ ਅਨਫਿਟ ਆਪਾਂ ਕਹਿੰਦੇ ਆ, ਉਹ ਗਲਤ ਗਾ ਰਿਹਾ, ਤਾਂ ਉੱਥੇ ਦੋਸ਼ੀ ਜਿੰਨੇ ਉਹਨੂੰ ਜੁਆਇਨ ਕਰਾਇਆ ਜਾਂ ਫਿਰ ਜਿੰਨੇ ਉਹਨੂੰ ਹਾਜ਼ਰੀ ਭਰਨ ਦਿੱਤੀ, ਉੱਥੇ ਫਰੇਮ ਬਣਾਓ। ਅਸੀਂ ਸਾਰੇ ਉਸ ਫਰੇਮ 'ਚੋਂ ਲੰਘਣ ਲਈ ਤਿਆਰ ਆ। ਸਾਨੂੰ ਜਦੋਂ ਜਿਹੋ ਜਿਹਾ ਮਰਜ਼ੀ ਤੁਸੀਂ ਟੈਸਟ ਲੈਣਾ ਚਾਹੋ, ਅਸੀਂ ਦੇਣ ਲਈ ਤਿਆਰ ਆ। ਜੇ ਅਸੀਂ ਕੋਈ ਫਿਲਮੀ ਤਰਜ ਮੈਂ ਗਾਉਣਾ ਤੇ ਮੈਨੂੰ ਜਿਹੜਾ ਮਰਜ਼ੀ ਗੁਰਸਿੱਖ ਜਿੱਥੋਂ ਮਰਜ਼ੀ ਫੋਨ ਕਰਕੇ ਕਹਿ ਸਕਦਾ, ਭਾਈ ਸਾਹਿਬ ਆ ਤੁਹਾਡੀ ਤਰਜ ਹੈ। ਜੇ ਉਹ 4 ਬੰਦੇ ਕਹਿਣ ਕਿ ਵਾਕਿਆ ਉਹਦੀ ਗੱਲ ਸਹੀ ਹੈ, ਤਰਜ ਹੈ, ਤਾਂ ਮੈਂ ਜ਼ਿੰਦਗੀ ਭਰ ਉਸ ਸ਼ਬਦ ਦਾ ਕੀਰਤਨ ਨਹੀਂ ਕਰੂੰਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ, ਅਸੀਂ ਬਿਲਕੁਲ ਨਹੀਂ ਇਹਨਾਂ ਤਰਜਾਂ ਦੇ ਹੱਕ ਵਿੱਚ ਹੈਗੇ। ਅਸੀਂ ਗੁਰੂ ਦਾ ਕੀਰਤਨ ਹੀ ਕਰਾਂਗੇ। ਪਰ ਇਹ ਜਿਹੜਾ ਜਥਿਆਂ ਦੇ ਉੱਤੇ ਬਲੇਮ ਕੀਤਾ ਜਾਂਦਾ ਨਾ ਕਿ ਜੋ ਤਰਜਾਂ ਗਾਉਂਦੇ ਨਹੀਂ ਆ। ਤੁਸੀਂ ਚੈੱਕ ਹੀ ਨਹੀਂ ਕਰਦੇ ਕੋਈ। ਤੁਸੀਂ ਦੇਖਦੇ ਹੋ ਕਿ ਸਸਤਾ ਰਾਗੀ ਕੌਣ ਹੈ। ਤੁਸੀਂ ਇਹ ਫਰੇਮ ਨਹੀਂ ਸੈੱਟ ਕਰਦੇ ਕਿ ਯੋਗ ਬੰਦਾ, ਸਿਲੈਕਟਡ ਬੰਦਾ ਉੱਥੇ ਕੀਰਤਨ ਕਰੇ। ਪਰ ਉਹ ਇਹ ਦਰਬਾਰ ਸਾਹਿਬ ਦੇ ਵਿੱਚੋਂ ਵੀ ਇਹੋ ਜਿਹੀਆਂ ਤਰਜ਼ਾਂ ਸੁਣਨ ਨੂੰ ਮਿਲਦੀਆਂ ਨੇ। ਇਹ ਸੱਚਾਈ? ਦਰਬਾਰ ਸਾਹਿਬ ਦੀਆਂ ਤਰਜ਼ਾਂ ਸੁਣਨ ਨੂੰ ਮਿਲਦੀਆਂ ਤੇ ਬੁਲਾ ਕੇ ਪੁੱਛੋ ਕੌਣ ਮਨਾ ਕਰਦਾ ਤੁਹਾਨੂੰ? ਕੌਣ? ਪ੍ਰਬੰਧਕ ਕਮੇਟੀ ਇਹਦੇ ਲਈ ਜ਼ਿੰਮੇਵਾਰ ਕਹਿੰਦਾ ਕਿ ਉਹਨੂੰ ਅਸੀਂ ਉਹਦੀ ਗੱਲ ਨਹੀਂ ਮੰਨਾਂਗੇ। ਪੁੱਛੋ, ਜਿਹੜਾ ਹੈਗਾ ਉਹਨੂੰ ਦੋਸ਼ੀ ਠਹਿਰਾਓ, ਫਰੇਮ ਸੈੱਟ ਕਰੋ। ਅਸੀਂ ਬਿਲਕੁਲ ਸਹਿਯੋਗ ਕਰਾਂਗੇ ਉਹਨਾਂ ਨਾਲ। ਠੀਕ ਹੈ। ਸੋ ਭਾਈ ਸਾਹਿਬ, ਇਹ ਜਿਹੜੀ ਤੁਸੀਂ ਮੰਗ ਚੁੱਕੀ ਹੈ, ਇਹਨੂੰ ਤੁਸੀਂ ਕਿੱਥੋਂ ਤੱਕ ਲੈ ਕੇ ਜਾਓਗੇ? ਹੋ ਸਕਦਾ ਹੈ ਕਿ ਸਾਰੇ ਮੁਲਕ ਦੀਆਂ ਜਿਹੜੀਆਂ ਜਾਂ ਫਿਰ ਸਾਰੀ ਦੁਨੀਆ ਦੀਆਂ ਪ੍ਰਬੰਧਕ ਕਮੇਟੀਆਂ ਸਹਿਮਤ ਨਾ ਹੋਣ। ਕਦੋਂ ਤੱਕ ਲੜੋ? ਸਾਡਾ ਲੜਨ ਇਹ 'ਚ ਲੜਾਈ ਤਾਂ ਹੈ ਹੀ ਨਹੀਂ। ਫਿਜ਼ੀਕਲ ਤਾਂ ਕੋਈ ਲੜਾਈ ਨਹੀਂ ਲੜਨੀ। ਅਸੀਂ ਵਿਚਾਰਧਾਰਕ, ਸਿਧਾਂਤਕ ਵਿਚਾਰਧਾਰਕ ਲੜਾਈ ਹੈ। ਔਰ ਸਾਡਾ ਮੱਕਿਓਂ ਪਰੇ ਜਾੜ ਆ। ਭਾਵ ਸਾਡੇ ਮੱਕਾ ਸਾਡਾ ਸਭ ਤੋਂ ਉੱਚੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਹੈ। ਉੱਥੇ ਚਲੇ ਗਏ, ਗਾਂਹ ਕਿੱਥੇ ਜਾਣਾ ਅਸੀਂ? ਜਿਸ ਤਰ੍ਹਾਂ ਰਾਗੀ ਹੋਰ ਵੀ ਟਰਾਲੇ ਚਲਾਈ ਜਾਂਦੇ ਨੇ ਛੱਡ ਕੇ ਕੀਰਤਨ, ਅਸੀਂ ਤਾਂ ਅਵੇਅਰਨੈਸ ਦੇਣ ਵਾਸਤੇ ਖੜੇ ਹੋਏ ਹਾਂ ਕਿ ਬਹੁਤ ਸਾਰੇ ਰਾਗੀ ਕੀਰਤਨ ਛੱਡ ਕੇ ਟਰਾਲੇ ਚਲਾ ਰਹੇ, ਕਾਰਾਂ ਚਲਾ ਰਹੇ ਆ। ਤੁਹਾਡੇ ਆਉਣ ਵਾਲਾ ਭਵਿੱਖ ਖਤਰੇ 'ਚ ਹੋ ਗਿਆ। ਬੱਚੇ ਨਵੇਂ ਕੀਰਤਨੀਏ ਨਹੀਂ ਬਣ ਰਹੇ। ਜਥੇਦਾਰ ਸਾਹਿਬ ਜੀ, ਉੱਠ ਕੇ ਹਮਲਾ ਮਾਰੋ। ਪ੍ਰਬੰਧਕ ਕਮੇਟੀ ਵਾਲੇ ਸੱਜਣਾ ਵੀਰਾਂ ਨੂੰ ਕਹਿੰਦੇ ਸੰਭਾਲ ਲਓ ਇਹਨਾਂ ਨੂੰ, ਨਹੀਂ ਤਾਂ ਕੰਮ ਖਰਾਬ ਹੋ ਜਾਣਾ। ਅਸੀਂ ਤਾਂ ਅੱਜ ਦੱਸ ਰਹੇ, ਸਾਡੀ ਤਾਂ ਲੰਘ ਗਈ। ਮੇਰੀ ਉਮਰ ਤੇ 47 ਹੋ ਗਈ। ਮੈਂ ਤਾਂ 58 ਸਾਲ 'ਚ ਵੈਸੇ ਵੀ ਰਿਟਾਇਰ ਹੋਣਾ। ਉਦੋਂ ਬਾਅਦ 'ਚ ਅਸੀਂ ਤਾਂ ਨਹੀਂ ਉਹਦੇ ਤੇ ਬਿਰਾਜਮਾਨ ਰਹਿਣਾ। ਪਰ ਜਿਹੜੇ ਆਉਣ ਵਾਲੇ ਆ ਉਹਦਾ ਖਤਰਾ ਜੇ। ਅਸੀਂ ਤੇ ਤੁਹਾਨੂੰ ਸਾਰਿਆਂ ਨੂੰ ਦੱਸਣ ਵਾਸਤੇ, ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਮੈਂ ਹਰੇਕ ਗੁਰੂ ਕੀ ਸੰਗਤ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਸਾਡੀ ਆਵਾਜ਼ ਸੁਣਦੇ ਹੋ, ਆਪੋ ਆਪਣੇ ਗ੍ਰੰਥੀ ਸਿੰਘ, ਆਪੋ ਆਪਣੇ ਰਾਗੀ ਸਿੰਘਾਂ ਨੂੰ ਪਰਸਨਲ ਤੌਰ ਤੇ ਮਿਲ ਕੇ ਪੁੱਛਿਆ ਕਰੋ ਤੁਹਾਡੀ ਕੀ ਤਕਲੀਫ ਹੈ। ਸਾਰੀਆਂ ਕਮੇਟੀਆਂ ਨੂੰ ਵੀ ਕਹਿਣਾ, ਜਾਓ ਜਾ ਕੇ ਆਪਣੇ ਭਾਈਚਾਰੇ ਨੂੰ ਸਾਂਭ ਲਓ। ਤੁਸੀਂ ਡਰਦੇ ਹੋ ਨਾ ਕ੍ਰਿਸਚਨ ਭਾਈ ਸਾਡੇ ਸਾਨੂੰ ਵਿੱਚ ਸ਼ਾਮਲ ਕਰੀ ਜਾਂਦੇ ਨੇ ਜਾਂ ਇੱਦਾਂ ਦੇ ਰੌਲੇ ਪੈ ਰਹੇ ਨੇ। ਜਾਓ ਜਾ ਕੇ ਆਪਣੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਤੋਂ ਲੈ ਕੇ ਗ੍ਰੰਥੀ ਸਿੰਘ ਤੱਕ ਉਹਨਾਂ ਦੀਆਂ ਮੁਸ਼ਕਲਾਂ ਸਾਂਭ ਲਓ। ਅੱਧਿਓਂ ਜ਼ਿਆਦਾ ਪ੍ਰਚਾਰ ਤੁਹਾਡਾ ਹੋ ਜਾਣਾ। ਇੱਕ ਰਾਗੀ ਸਿੰਘ, ਗ੍ਰੰਥੀ ਸਿੰਘ ਦੇ ਘਰ 4-4 ਪਰਿਵਾਰ ਦੇ ਜੀ ਹੈਗੇ ਨੇ। ਤੇ ਸਾਨੂੰ ਕੋਈ ਲੋੜ ਨਹੀਂ ਹੈ, ਕੋਈ ਖਤਰਾ ਨਹੀਂ ਹੈ। ਪਰ ਜੇ ਅੱਜ ਅਸੀਂ ਆਪਣਾ ਆਪ ਨਹੀਂ ਸੰਭਾਲਾਂਗੇ ਤਾਂ ਖਤਰਾ ਖੜਾ ਸਾਡੇ ਬਰੂਹਾਂ ਤੇ। ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਭਾਈ ਸਾਹਿਬ, ਇੱਕ ਆਖਰੀ ਸਵਾਲ ਤੁਹਾਡੇ ਤੋਂ ਹੀ ਪੁੱਛਾਂਗੀ। ਲੁਧਿਆਣਾ ਦੇ ਵਿੱਚ ਗੁਰੂ ਘਰ ਹੈਗਾ ਜਿਹਦਾ ਤੁਸੀਂ ਪ੍ਰਬੰਧ ਸਾਂਭਦੇ ਹੋ। ਲੁਧਿਆਣੇ ਦੀਆਂ ਹੋਰ ਕਮੇਟੀਆਂ ਦੇ ਨਾਲ ਤੁਸੀਂ ਨਿੱਜੀ ਤੌਰ ਤੇ ਕੋਈ ਗੱਲ ਕਰਨ ਜਾ ਰਹੇ ਹੋ ਇਸ ਮੰਗ ਦੇ ਉੱਤੇ? ਹਾਂ, ਮੇਰੀ ਗੱਲ ਹੋਈ ਸੀ ਕਈ ਕਮੇਟੀਆਂ ਨਾਲ। ਉਹਨਾਂ ਨੇ ਕਿਹਾ ਸੀ ਵੀ ਅਸੀਂ ਸਮਰਥਨ ਕਰਦੇ ਹਾਂ, ਵੀ ਅਸੀਂ ਇਕੱਠੇ ਬੈਠ ਕੇ ਸਮਰਥਨ ਕਰਾਂਗੇ ਤੇ ਇਹਨਾਂ ਦੇ ਹੱਕਾਂ 'ਚ ਖੜਾਂਗੇ ਨਾਲ। ਜੀ, ਹਾਂਜੀ।
ਸੋ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਦੇ ਵੱਲੋਂ ਮੰਗ ਚੁੱਕੀ ਗਈ ਹੈ, ਆਪਣੇ ਹੱਕਾਂ ਨੂੰ ਲੈ ਕੇ, ਆਰਥਿਕ ਹੱਕਾਂ ਨੂੰ ਲੈ ਕੇ ਮੰਗ ਚੁੱਕੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੱਕ ਆਵਾਜ਼ ਪਹੁੰਚਾ ਦਿੱਤੀ ਗਈ ਹੈ ਅਤੇ ਪੂਰੀ ਦੁਨੀਆ ਦੀਆਂ ਕਮੇਟੀਆਂ ਨੂੰ ਰਾਗੀ ਸਿੰਘਾਂ ਨੇ ਅਪੀਲ ਕੀਤੀ ਹੈ ਕਿ ਜੋ ਹੱਕ ਹੈ ਉਸ ਨੂੰ ਨਾ ਮਾਰਿਆ ਜਾਵੇ, ਕਿਉਂਕਿ ਆਲਰੇਡੀ ਤਨਖਾਹਾਂ ਨੇ ਜਿਹੜੀਆਂ ਇੰਨੀਆਂ ਜ਼ਿਆਦਾ ਨਹੀਂ ਹੁੰਦੀਆਂ ਤੇ ਇਸੇ ਦੁਨੀਆ ਦੇ ਵਿੱਚ ਹੀ ਰਾਗੀ ਸਿੰਘ ਰਹਿੰਦੇ ਨੇ, ਉਸੇ ਤਰ੍ਹਾਂ ਦੇ ਖਰਚੇ ਨੇ। ਅਕਾਲ ਤਖਤ ਸਾਹਿਬ ਤੋਂ ਕੀ ਰਿਸਪੌਂਸ ਆਉਂਦਾ ਹੈ ਉਸ ਦੀ ਉਡੀਕ ਰਹੇਗੀ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਲੁਧਿਆਣੇ ਤੋਂ ਖਾਸ ਰਿਪੋਰਟ।